ਉੱਥੇ ਵਿਸ਼ੇਸ਼ ਕਿਰਪਾ ਹੁੰਦੀ ਹੈ, ਕਿਉਂਕਿ ਪਾਵਨ ਫਰਮਾਨ ਹੈ ਵਿੱਚ ਸੰਗਤ ਹਰ ਪ੍ਰਭੂ ਵਸੈ ਜੀਓ। ਜਿੱਥੇ ਸੰਗਤ ਹੁੰਦੀ ਹੈ, ਗੁਰਬਾਣੀ ਕੀਰਤਨ ਹੁੰਦਾ ਹੈ, ਸਤਿਗੁਰੂ ਜੀ ਆਪ ਹਾਜ਼ਰ ਹੁੰਦੇ ਹਨ, ਉੱਥੇ ਵਾਹਿਗੁਰੂ ਪਰਮਾਤਮਾ ਆਪ ਹਾਜ਼ਰ ਹੁੰਦਾ ਹੈ। ਸੋ ਆਓ ਅੱਜ ਜੋ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ, ਉਹਨਾਂ ਵੱਲੋਂ ਪਰਸੋਂ ਰੋਜ਼ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਾਏ ਗਏ ਸਨ, ਉਹਨਾਂ ਦੇ ਨਿਰਵਿਘਨ ਸੰਪੂਰਨਤਾ ਹੋਈ ਹੈ। ਹੁਣ ਗੁਰਬਾਣੀ ਕੀਰਤਨ ਆਰੰਭ ਹੋ ਰਹੀ ਹੈ। ਸੋ ਬੜੇ ਅਦਬ ਸਿੱਧ ਬੇਨਤੀ ਕਰਾਂਗਾ, ਹਜ਼ੂਰੀ ਰਾਗੀ ਜੱਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਪਾਂ ਨੂੰ ਪਾਵਨ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਆਓ ਬੜੇ ਪਿਆਰ ਦੇ ਨਾਲ ਉਹਨਾਂ ਪਾਸੋਂ ਸਰਵਣ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾ। ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਗੁਰ ਕੀ
ਸਭੇ ਛੱਡ ਸਿਆਣਪਾ ਗੁਰ ਕੀ ਪੈਰਿ ਪਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਸਭ ਛੱਡ ਸਿਆਣਪਾ। ਸਭ ਛੱਡ ਸਿਆਣਪਾ। ਸਭ ਛੱਡ ਸਿਆਣਪਾ। ਸਭ ਛੱਡ ਸਿਆਣਪਾ ਗੁਰ ਕੀ ਪੈਰਿ ਪਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨ ਜਾਓ। ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨ ਜਾਓ। ਤੰਗਾ ਸਭ ਜਲਾਇ ਕੇ ਗੁਰ ਨਾਮ ਦਿਆ ਸਤ ਸਾਓ। ਆਸਾ ਸਭੇ ਲਾਹ ਗਏ ਇਕ ਆਸ ਕਮਾਓ। ਆਸਾ ਸਭੇ ਲਾਹ ਗਏ ਇਕ ਆਸ ਕਮਾਓ। ਜਿਨੇ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ। ਜਿਨੇ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ। ਕਰਤੇ ਨੋ ਸਲਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਸਭ ਛੱਡ ਸਿਆਣਪਾ। ਸਭ ਛੱਡ ਸਿਆਣਪਾ ਗੁਰ ਕੀ ਪੈਰਿ ਪਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਕਰਤ ਨੋ ਸਲਾਹੇ। ਮਨ ਮੇਰੇ ਦੁਖ ਦੁਖ ਨ ਵਿਆਪਈ ਤੇ ਸੁਖ ਦਾਤਾ ਮਨ ਹੋਏ। ਦੁਖ ਦੁਖ ਨ ਵਿਆਪਈ ਤੇ ਸੁਖ ਦਾਤਾ ਮਨ ਹੋਏ। ਕਿਤਹਿ ਕੰਮ ਨ ਛਿੰਝੀਐ ਜਾ ਹਿਰਦ ਸੱਚਾ ਸੋਏ। ਜਾਂ ਹਿਰਦ ਸੱਚਾ ਸੋਏ।
सुख दाता गुर सेविय सब अवगण कटै धोए। करते नो सलाहे मन मेरे, करते नो सलाहे मन मेरे, करते नो सलाहे मन मेरे, मन मेरे। सब चाट सियाणपा, सब चाट सियाणपा, सब चाट सियाणपा, सब चाट सियाणपा। गुर की पैरी पाहे मन मेरे, करते नो सलाहे मन मेरे, करते नो सलाहे मन मेरे, मन मेरे। सेवा मंगल सेवको लाया अपनी सेवा, लाया अपनी सेवा। सेवा मंगल सेवको लाया अपनी सेवा, लाया अपनी सेवा। साधु संग मसकते टूटे पावा देव, टूटे पावा देव। सब कुछ वसकत साध आप करण करेव, आप करण करेव। सब कुछ वसकत साहिब आप करण करेव, आप करण करेव। सतगुरु के बल हारण मनसा सब पूरेव। सतगुरु के बल हारण मनसा सब पूरेव। करते नो सलाहे मन मेरे, मन मेरे, करते नो सलाहे मन मेरे,
एक सैदी है रीत, एक सच्चा मन मानिया, ताहो नह चलची, सच खाना सच पहनना, नानक सच की सबे गला विसरन, एको विसरना जा, तंदा सब जलाए के, गुरु नाम दिया सच सुआ। एको दिस सजनो एको पाई नीत, एको पाई नीत। एक सदी सामग्री, एक सदी हरीत, एक सदी हरीत। एक सस्यो मन मानिया, ताहो अनह जल जीत, ताहो अनह जल जीत। सच खाना सच पहनना, टेक नानक सच कीत। सच खाना सच पहनना, टेक नानक सच कीत। करते नो साला है मन मेरे, करते नो साला है मन मेरे। सब चाट सियाणपा, सब चाट सियाणपा, सब चाट सियाणपा। गुर की पैरी पाहे मन मेरे, करते नो साला है मन मेरे, करते नो साला है मन मेरे। मन मेरे, मन मेरे, मन मेरे। सुनना प्यारे एक बिनती मेरी, सुनना प्यारे एक बिनती मेरी। सुनना प्यारे एक बिनती मेरी, सुनना प्यारे एक बिनती मेरी। तूने कर बसे अड़ा, तूने कर बसे अड़ा। हाल बस मैं तेरी, हाल बस मैं तेरी।
अपने नाम है कोई न चाहे। बिन अपने नाम है कोई न चाहे। क्या कहिए क्या कीजिए, क्या कहिए क्या कीजिए। अमृत नाम रस रस रसना। अमृत नाम रसन रस रसना। गुर शब्द रस पीजे, गुर शब्द रस पीजे। सुनना प्यारे एक बिनती मेरी। सुनना प्यारे एक बिनती मेरी। तू निज कर बसे अड़ा, तू निज कर बसे अड़ा। हारल बस मैं तेरी, हारल बस मैं तेरी। सुनना प्यारे एक बिनती मेरी। सुनना प्यारे एक बिनती मेरी। बिन नावे को संग न साथी। बिन नावे को संग ना साथी। आवे जाए कनेरी। नानक लाल कर जाइए साची। सच मत तेरी सुनना प्यारे। एक बेनती मेरी, तू निज कर बस अड़ा। हौरल बस में तेरी। बिन नावे को संग न साथी। बिन नावे को संग न साथी। आवे जाए कनेरी।
ਤੇਰੀ, ਸਾਚੀ ਸੱਚ ਮਤ ਤੇਰੀ। ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਸੁਣਨਾ ਪਿਆਰੇ ਇੱਕ ਬੇਨਤੀ ਮੇਰੀ। ਤੂੰ ਨਿਜ ਕਰ ਵਸੇੜਾ, ਤੂੰ ਨਿਜ ਕਰ ਵਸੇੜਾ, ਹਾਰ ਬਸ ਮੈਂ ਤੇਰੀ, ਹਾਰ ਬਸ ਮੈਂ ਤੇਰੀ। ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਸੁਣਨਾ ਪਿਆਰੇ ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ, ਇੱਕ ਬੇਨਤੀ ਮੇਰੀ। ਵਾਹਿਗੁਰੂ ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਗੋਦ ਅੰਦਰ ਬੈਠ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਕਰ ਰਹੇ ਸਤਸੰਗੀ ਜਨ, ਆਓ ਮਨ ਬਿਰਤਿਆਂ ਨੂੰ ਇਕਾਗਰਤ ਕਰਦਿਆਂ ਹੋਇਆਂ ਸਾਹਿਬਾਂ ਦੇ ਪਾਵਨ ਪਵਿੱਤਰ ਗੋਦ ਅੰਦਰ ਹਾਜ਼ਰੀ ਲਵਾਉਣਾ ਕਰੀਏ। ਕੋਈ ਰਸਨਾ ਵਾਂਝੇ ਨਾ ਰਹੇ, ਸਾਰੇ ਹੀ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸਨਮੁਖ ਬੈਠ ਕਰਕੇ ਅਸੀਂ ਗਿਆਨ ਗ੍ਰਹਿਣ ਕਰ ਰਹੇ ਹਾਂ। ਗੁਰਬਾਣੀ ਦਾ ਪਾਵਨ ਸ਼ਬਦ ਆਪ ਸਰਬੱਤ ਮਾਈ ਭਾਈ ਸਰਵਣ ਕਰ ਰਹੇ ਸੋ। ਰਾਗ ਤੁਖਾਰੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਰਾਹੀਂ ਮਨੁੱਖ ਨੂੰ ਸਮਝਾਉਣਾ ਕਰਦੇ ਹਨ ਕਿ ਮਨੁੱਖ ਨੇ ਉਸ ਪਰਮਾਤਮਾ ਅੱਗੇ ਕਿਵੇਂ ਬੇਨਤੀ ਕਰਨੀ ਹੈ, ਕਿਉਂਕਿ ਅਸੀਂ ਉਸ ਮਾਲਕ ਤੋਂ ਬਹੁਤ ਵਿਛੜ ਚੁੱਕੇ ਹਾਂ। ਜਿਵੇਂ ਆਪ ਜੀ ਭਗਤ ਰਵਿਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ, ਦਰਸ਼ਨ ਦੇਖੇ। ਕਹਿੰਦੇ ਬੜਾ ਸਮਾਂ ਹੋ ਗਿਆ ਤੇਰੇ ਦਰਸ਼ਨ ਦਿਦਾਰੇ ਨਹੀਂ ਹੋਏ। ਹੁਣ ਧਿਆਨ ਮਾਰੀਏ ਆਪਣੇ ਮਨਾਂ ਅੰਦਰ ਕਿ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ ਜਾਂ ਨਹੀਂ। ਕਿਸੇ ਨੇ ਪਹਿਲੇ ਪਾਤਸ਼ਾਹੀ ਦੇ ਦਰਸ਼ਨ ਕੀਤੇ, ਕਿਸੇ ਨੇ ਦੋਵਾਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਸਤਿਕਾਰਤ ਹਸਤੇ ਧੰਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ। ਪਰ ਅਸੀਂ ਕਿਤਨੇ ਭਾਗਾਂ ਵਾਲੇ ਹਾਂ, ਕਿਤਨੇ ਅਸੀਂ ਉਸ ਮਾਲਕ ਲਈ ਭਾਉਂਦੇ ਹਾਂ ਕਿ ਸਾਨੂੰ ਇੱਕ ਟਾਈਮ ਤੇ 10 ਗੁਰੂ ਸਾਹਿਬਾਨਾਂ ਦੀ ਜੋਤ ਦੇ ਦਰਸ਼ਨ ਹੋ ਰਹੇ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਸ ਮਾਲਕ ਦੀ ਰਹਿਮਤ ਹੈ ਕਿ ਅਸੀਂ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਆਪਣੇ ਘਰ ਵਿੱਚ ਬੈਠ ਕੇ ਕਰ ਰਹੇ ਹਾਂ। ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ, ਕਹਿੰਦੇ ਐ ਪਿਆਰੇ ਪ੍ਰਤੀ, ਐ ਪਿਆਰੇ ਪਤੀ ਪ੍ਰਭੂ ਮੇਰੀ ਇੱਕ ਬੇਨਤੀ ਸੁਣਨਾ ਕਰ। ਤੂੰ ਨਿਜ ਘਰ ਵਸਿਆੜਾ ਹੋ, ਰੁੱਲ ਭਸਮੈ ਢੇਰੀ, ਕਹਿੰਦੇ ਤੂੰ ਆਪਣੇ ਘਰ ਦੇ ਵਿੱਚ ਵਸ ਰਿਹਾ ਹੈ, ਪਰ ਮੈਂ ਤੈਥੋਂ ਵਿਛੜ ਕੇ ਵਿਕਾਰਾਂ ਵਿੱਚ ਖੁਆਰ ਹੋ ਕਰਕੇ ਸਵਾਹ ਦੀ ਢੇਰੀ ਹੋ ਰਹੀ ਹਾਂ। ਹੁਣ ਮਨੁੱਖ ਕਿਤਨਾ ਉਸ ਮਾਲਕ ਤੋਂ ਵਿਛੜਦਾ ਹੈ, ਇਹ ਪਾਵਨ ਸ਼ਬਦ ਦੇ ਰਾਹੀਂ ਆਪਾਂ ਸਰਵਣ ਕਰਾਂਗੇ।
ਪੰਜਵੇਂ ਪਾਤਸ਼ਾਹ ਟੋਡੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ, ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਹੁਣ ਇਸ ਸ਼ਬਦ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਪਹਿਲਾਂ ਸਵਾਲ ਕੀਤਾ, ਕਹਿੰਦੇ ਹਰ ਬਿਸਰਤ, ਕਹਿੰਦੇ ਜਿਹੜਾ ਉਸ ਮਾਲਕ ਨੂੰ ਵਿਸਾਰ ਕੇ ਬੈਠ ਗਿਆ ਉਹਨੂੰ ਫਿਰ ਸਦਾ ਖੁਆਰੀ ਹੈ, ਉਹ ਕਦੇ ਫਿਰ ਮਿਲ ਨਹੀਂ ਸਕਦਾ। ਪਰ ਨਾਲ ਇਹ ਵੀ ਬਚਨ ਕੀਤਾ, ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਕਹਿੰਦੇ ਉਸ ਮਨੁੱਖ ਨੂੰ, ਉਸ ਪਿਆਰੇ ਮਨੁੱਖ ਨੂੰ ਕਦੇ ਧੋਖਾ ਨਹੀਂ ਵਿਆਪਦਾ ਜਿਹਨੇ ਤੇਰੀ ਓਟ ਲਈ ਹੋਵੇ, ਜਿਹਨੇ ਤੇਰਾ ਆਸਰਾ ਲਿਆ ਹੋਵੇ। ਉਸ ਨੂੰ ਫਿਰ ਕੋਈ ਪੋਹ ਨਹੀਂ ਸਕਦਾ, ਕੋਈ ਤੇਰੇ ਤੋਂ ਦੂਰ ਨਹੀਂ ਕਰ ਸਕਦਾ। ਉਦਾਹਰਣ ਤੌਰ ਤੇ ਥੋੜਾ ਸੁਖੈਨ ਸਮਝ ਲਈਏ ਕਿ ਇੱਕ ਕਿਸਾਨ ਜਿਹੜਾ ਖੇਤੀ ਕਰਦਾ, ਵੈਸੇ ਆਪਾਂ ਸਾਰੇ ਹੀ ਫਾਰਮਰ ਹਾਂ, ਖੇਤੀਬਾੜੀ ਨਾਲ ਜੁੜੇ ਹੋਏ ਹਾਂ। ਕਹਿੰਦੇ ਇੱਕ ਫਾਰਮਰ ਕਿਤਨਾ ਵੀ ਮਹਿੰਗਾ ਬੀਜ ਲਿਆ ਕਰਕੇ ਬੀਜਣਾ ਕਰੇ, ਜਿਤਨਾ ਮਰਜ਼ੀ ਪੈਲੀ ਨੂੰ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਵਾਹ ਕਰਕੇ ਪੈਲੀ ਬਣਾ ਕਰਕੇ ਚੰਗੀ ਤਰ੍ਹਾਂ ਫਿਰ ਬੀਜ ਮਹਿੰਗੇ ਤੋਂ ਮਹਿੰਗਾ ਲਿਆ ਕੇ ਬੀਜ ਬੀਜੇ, ਪਰ ਕਹਿੰਦੇ ਜੇ ਇਤਨਾ ਕੁਝ ਕਰਨ ਤੋਂ ਬਾਅਦ ਜੇ ਕਿਧਰੇ ਉਸ ਨੂੰ ਪਾਣੀ ਟਾਈਮ ਸਿਰ ਨਾ ਮਿਲੇ ਤੇ ਉਹ ਜਿਹੜਾ ਬੀਜ ਬੀਜਿਆ ਹੋਇਆ ਭਾਵੇਂ ਕਿਤਨਾ ਵੀ ਮਹਿੰਗਾ ਹੋਵੇ ਉਹ ਕਦੇ ਪ੍ਰਫੁੱਲਤ ਨਹੀਂ ਹੁੰਦਾ, ਕਿਉਂਕਿ ਉਸ ਨੂੰ ਸਮੇਂ ਸਿਰ, ਉਸ ਨੂੰ ਟਾਈਮ ਸਿਰ ਪਾਣੀ ਨਹੀਂ ਮਿਲਿਆ। ਇਸ ਲਈ ਉਹ ਜਿਹੜਾ ਬੀਜ ਸੀ ਉਹ ਭਾਵੇਂ ਕਿਤਨਾ ਵੀ ਮਹਿੰਗਾ ਸੀ ਪਰ ਉਹ ਨਾਸਵੰਤ ਹੋ ਗਿਆ, ਭਾਵ ਨਾਸ ਹੋ ਗਿਆ। ਇਸੇ ਤਰ੍ਹਾਂ ਹੀ ਸਾਡਾ ਇਹ ਜੀਵਨ ਹੈ। ਜਦੋਂ ਅਸੀਂ ਗੁਰੂ ਸਾਹਿਬ ਦੇ ਸਨਮੁਖ ਬੈਠਦੇ ਹਾਂ ਤੇ ਸਾਨੂੰ ਇੱਥੋਂ ਨਾਮ ਰੂਪੀ ਬੀਜ ਪ੍ਰਾਪਤ ਹੁੰਦਾ। ਇਹ ਬੀਜ ਨੂੰ ਅਸੀਂ ਆਪਣੇ ਅੰਦਰ ਬੀਜਦੇ ਹਾਂ, ਪਰ ਸੱਚ ਜਾਣਿਓ ਜਿੰਨਾ ਚਿਰ ਅਸੀਂ ਘਰੇ ਜਾ ਕਰਕੇ ਦੋਵੇਂ ਵੇਲੇ ਅੰਮ੍ਰਿਤ ਵੇਲੇ ਦਾ ਨਿਤਨੇਮ, ਪੰਜਾਂ ਬਾਣੀਆਂ ਦਾ ਔਰ ਸ਼ਾਮ ਦੀਆਂ 2 ਬਾਣੀਆਂ ਔਰ ਰਾਤ ਦੀ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਣੀ ਨਹੀਂ ਦਿੰਦੇ, ਉਹਨਾਂ ਚਿਰ ਇਹ ਸਾਡੇ ਅੰਦਰ ਬੀਜਿਆ ਹੋਇਆ ਬੀਜ ਸੱਚ ਜਾਣਿਓ ਕਦੇ ਪ੍ਰਫੁੱਲਤ ਨਹੀਂ ਹੋਏਗਾ। ਕਿਉਂਕਿ ਇੱਥੇ ਅਸੀਂ ਬੈਠੇ ਸਾਨੂੰ ਪਤਾ ਚੱਲਿਆ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ 5 ਵਿਕਾਰ ਹਨ। ਇਹਨਾਂ ਨੂੰ ਛੱਡਣਾ ਹੈ, ਗੁਰਮਤਿ ਦਾ ਗਿਆਨ ਗ੍ਰਹਿਣ ਕਰਨਾ ਹੈ। ਪਰ ਜਦੋਂ ਅਸੀਂ ਘਰੇ ਜਾ ਕਰਕੇ ਗੁਰਬਾਣੀ ਨੂੰ ਪੜਾਂਗੇ ਫਿਰ ਸਾਨੂੰ ਵਿਸਤਾਰ ਨਾਲ ਇਸ ਦੀ ਸਮਝ ਲੱਗੇਗੀ ਕਿ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਕਿ ਇਹ 4 ਚੀਜ਼ਾਂ ਜਦੋਂ ਅਸੀਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਸੱਚ ਜਾਣਿਓ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ। ਜਦੋਂ ਅਸੀਂ ਇਹ 4 ਚੀਜ਼ਾਂ ਨੂੰ ਅਸੀਂ ਘੜਨਾ ਸ਼ੁਰੂ ਕਰ ਦੇਵਾਂਗੇ ਤਾਂ ਸੱਚ ਜਾਣਿਓ ਸਾਡਾ ਇੱਥੇ ਆਇਆ ਹੋਇਆ, ਬੈਠਿਆ ਹੋਇਆ, ਗੁਜ਼ਾਰਿਆ ਹੋਇਆ ਜਿਹੜਾ ਸਮਾਂ ਹੈ ਉਹ ਇੱਕ ਇੱਕ ਜਿਹੜਾ ਘੜੀ ਹੈ ਉਹ ਸਾਡਾ ਲੇਖੇ ਵਿੱਚ ਪਏਗਾ। ਆਓ ਗੁਰਬਾਣੀ ਦੇ ਪਾਵਨ ਸ਼ਬਦ ਦੇ ਨਾਲ ਸਾਧ ਸੰਗਤ ਜੁੜਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਨ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ, ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ। ਆਓ ਇਸ ਪਾਵਨ ਸ਼ਬਦ ਨਾਲ ਸਾਧ ਸੰਗਤ ਜੁੜਨਾ ਕਰੀਏ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ, ਹਉ ਚਰਨ ਕਮਲ ਪਗ ਛਾਰਾ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ, ਹਉ ਚਰਨ ਕਮਲ ਪਗ ਛਾਰਾ। ਹਉ ਬਿਸਮ ਭਈ ਸਮਪਾਈ ਜੀ ਹਰ ਦਰਸ਼ਨ ਦੇਖ ਅਪਾਰਾ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ, ਹਉ ਚਰਨ ਕਮਲ
देखत जीवा ठंडी जीवा तिस जवड़ अवर न कोई। प्रभु देखत जीवा ठंडी जीवा तिस जवड़ अवर न कोई। प्रभु देखत जीवा ठंडी जीवा तिस जवड़ अवर न कोई। आद अंत मद प्रभु रवया आद अंत मद प्रभु रवया जल तर महियल सोई। मेरा सुंदर स्वामी जी हाँ चरण कमल पग सारा हाँ चरण कमल पग सारा। मेरा सुंदर स्वामी जी हाँ चरण कमल पग सारा हाँ चरण कमल पग सारा। चरण कमल जब सागर तरया पव जल उतरे पारा। चरण कमल जब सागर तरया पव जल उतरे पारा। नानक शरण पूरण परमेश्वर नानक शरण पूरण परमेश्वर। नानक शरण पूरण परमेश्वर तेरा अंत न पारा। मेरा सुंदर स्वामी जी हाँ चरण कमल पग सारा हाँ चरण कमल पग सारा। मेरा सुंदर स्वामी जी हाँ चरण कमल पग सारा हाँ चरण कमल पग सारा। हाँ बिस्म पाई हाँ बिस्म पाई जी हाँ बिस्म पाई जी हाँ बिस्म पाई जी। हर दर्शन देख अपार। मेरा सुंदर स्वामी जी हाँ चरण कमल पग सारा हाँ चरण कमल पग सारा। मेरा सुंदर स्वामी जी हाँ चरण कमल पग सारा हाँ चरण कमल पग सारा। हाँ बिस्म पाई हाँ बिस्म पाई हर दर्शन देख अपारा। मेरा सुंदर स्वामी जी हाँ चरण कमल पग सारा हाँ चरण कमल पग सारा। मेरा सुंदर स्वामी जी हाँ चरण कमल पग सारा हाँ चरण कमल पग सारा हाँ चरण कमल पग सारा। मेरा सुंदर स्वामी जी हाँ चरण कमल पग सारा हाँ बिस्म भई जी हर दर्शन देख अपारा। के पावन शब्द आप सरबत माई पाई श्रवण कर सो जितना समा जथे ਨੂੰ ਪ੍ਰਾਪਤ ਹੋਇਆ ਸਮਾਂ ਸਮਾਪਤ ਹੈ।
ਕੀਰਤਨ ਕਰਦਿਆਂ ਹੋਇਆਂ, ਬਾਣੀ ਗਾਇਨ ਕਰਦਿਆਂ, ਬੋਲਦਿਆਂ, ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਕੀਰਤਨ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਅਰਦਾਸ ਭੇਟ ਹੋਈ। ਸਤਿਗੁਰੂ ਜੀ ਕਿਰਪਾ ਕਰਨ, ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਸੋ ਖਜ਼ਾਨੇ ਭਰਪੂਰ ਕਰਨ, ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨ। ਸੁਣ ਅਗਲਾ ਸਮਾਂ ਬੜੇ ਹੀ ਪਿਆਰ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਨਾਲ ਕੋ ਸਰਵਣ ਕਰੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਬੜੇ ਹੀ ਰਾਸਤੇ ਆਪਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ ਹੈ। ਸਮੁੱਚੇ ਕੀਰਤਨ ਦਾ ਭਾਵ ਇਹੀ ਹੈ, ਸਤਿਗੁਰੂ ਜੀ ਜੋ ਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਹਨ, ਪੂਰੇ ਗੁਰ ਕਾ ਸੁਨੋਪਦੇਸ਼, ਪਾਰ ਬ੍ਰਹਮ निकट कर पेख। बस गल इतनी है, भरोसा करना है गुरु दे उत्ते, और जो बाणी सानू रास्ता दस रही है उस रास्ते ते चलने की कोशिश करनी है। जितने भी भगत जन होए हन, संत जन होए हन, उन्होंने कमाई की है कि जो गुरबाणी ने रास्ता दस्या है उस रास्ते ते चल के उन्होंने कमाई की और परमात्मा दे नाल सब तो बड़ी गल है कि जदों असी आत्म समर्पण कर देने हाँ वाहिगुरू जी दे परमात्मा दे नाल कि वाहिगुरू चंगा हो रहा है जां माड़ा हो रहा है, आप जी का हुक्म है। हर एक गुरसिख लई अगर सुख का समा है, वाहिगुरू जी ने दातां दित्तियां हन, तो साडा फर्ज बनता है शुकराना करना। और अगर किते कोई मुश्किल आ जाए, औखा समा आ जाए, तो अरदास करनी है, उलंबा नहीं देना है। परमात्मा जिस तरह माँ बाप बच्चे वास्ते अच्छा करता है, अच्छा सोचता है, इसी तरह परमात्मा भी अपने सिख लई, अपने भगत लई कभी माड़ा नहीं सोचता। और जो भगत जन, जो सिख, वो प्रभु तो हमेशा बिच रखते हैं, हमेशा उसकी खुशी दे विच रहिंदे हन, तो किते भी कमी नहीं आउंदी। वो हमेशा हर जगह आके उसके कार सवारता है। श्रोमणी भगत कबीर साहब जी, आप जी बड़ी भान जानते हो कि धन श्री गुरु ग्रंथ साहिब महाराज के विच भगत कबीर जी को बहुत बड़ा सम्मान दिता गया है, बड़ा उच्चा दर्जा दिता गया है। भगत कबीर जी इतने बंदगी वाले और प्रभु अपना काम कर रहे हैं, सच्चा सुच्चा, तां भी प्रभु दे नाल उन्हें याद करते हैं और हत्थों दे नाल काम करते हैं। अगर घर दे विच कुछ है तां भी शुकराना है, नहीं है तां भी शुकराना करते हैं। एक दिन ऐसा आया कि काफी दिनों तो कोई भटक नहीं हुई,
ਘਰ ਦੇ ਵਿੱਚ ਰਾਸ਼ਨ ਮੁੱਕ ਗਿਆ ਹੈ। ਭਗਤ ਕਬੀਰ ਜੀ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਕਿ ਘਰ ਦੇ ਵਿੱਚ ਕੁਝ ਵੀ ਰਾਸ਼ਨ ਨਹੀਂ ਹੈ, ਆਪ ਜੀ ਬਾਜ਼ਾਰ ਜਾ ਕੇ ਇਹ 2-4 ਜੋ ਖੇਸ ਬੁਣੇ ਹਨ ਇਹਨਾਂ ਨੂੰ ਵੇਚ ਦਿਓ, ਕੁਝ ਰਾਸ਼ਨ ਲੈ ਕੇ ਆਓ। ਕਬੀਰ ਸਾਹਿਬ ਜੀ 2-3 ਖੇਸ ਜੋ ਬਣੇ ਹੋਏ ਸਨ ਉਹਨਾਂ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਚਲੇ ਜਾਂਦੇ ਹਨ। ਉੱਥੇ ਜਾ ਕੇ ਵੀ ਇੱਕ ਪਾਸੇ ਬੈਠ ਗਏ, ਬੈਠ ਕੇ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਜਾਏ। ਸਾਰਾ ਦਿਨ ਨਿਕਲ ਜਾਂਦਾ, ਹੌਲੀ ਹੌਲੀ ਕੋਈ ਗ੍ਰਾਹਕ ਨਹੀਂ ਆਇਆ। ਸ਼ਾਮ ਦੇ ਟਾਈਮ ਤੇ ਇੱਕ ਸਾਧੂ ਫਕੀਰ ਜੋ ਠੰਡ ਦੇ ਨਾਲ ਕੰਬ ਰਿਹਾ ਹੈ, ਤਨ ਦੇ ਉੱਤੇ ਕੱਪੜੇ ਉਹਦੇ ਪਾਟੇ ਹੋਏ ਹਨ, ਭਗਤ ਕਬੀਰ ਜੀ ਦੇ ਪਾਸ ਆਇਆ ਹੈ ਕਿ ਮੈਨੂੰ ਠੰਡ ਬਹੁਤ ਲੱਗ ਰਹੀ ਹੈ, ਅਗਰ ਤੁਸੀਂ ਮੈਨੂੰ ਤਨ ਤੇ ਕੱਪੜਾ ਦੇ ਪਾ ਦੋਗੇ ਤਾਂ ਮੇਰੀ ਠੰਡ ਖਤਮ ਹੋ ਜਾਏਗੀ। ਭਗਤ ਕਬੀਰ ਜੀ ਨੇ ਉਹਨਾਂ ਨੂੰ ਇੱਕ ਖੇਸ ਦਿੱਤਾ, ਕਹਿਣ ਲੱਗੇ ਲਓ ਭਗਤ ਜੀ, ਲੇਕਿਨ ਉਹ ਕੰਬ ਰਿਹਾ ਸੀ, ਠੰਡ ਖਤਮ ਨਹੀਂ ਹੋ ਰਹੀ ਸੀ। ਕਹਿਣ ਲੱਗੇ ਅਗਰ ਹੋਰ ਕਿਰਪਾ ਕਰ ਦਿਓ, ਮੈਨੂੰ ਖੇਸ ਦੇ ਦਿਓ ਤਾਂ ਮੇਰੀ ਠੰਡ ਖਤਮ ਹੋ ਜਾਏ, ਮੈਂ ਬਹੁਤ ਥਰ ਥਰ ਕੰਬ ਰਿਹਾ ਹਾਂ, ਸਰੀਰ ਮੇਰਾ ਕਮਜ਼ੋਰ ਹੈ। ਇਸ ਤਰ੍ਹਾਂ ਕਰਦੇ ਜੋ 2-3 ਖੇਸ ਜੋ ਸਨ ਭਗਤ ਕਬੀਰ ਜੀ ਦੇ ਪਾਸ, ਉਹ ਸਾਧੂ ਫਕੀਰ ਜੋ ਠੰਡ ਦੇ ਨਾਲ ਕੰਬ ਰਿਹਾ ਸੀ ਉਹਨੂੰ ਦੇ ਦਿੱਤੇ, ਔਰ ਉਹ ਖੇਸ ਲੈ ਕੇ ਫਕੀਰ ਅੱਗੇ ਚਲਾ ਗਿਆ। ਭਗਤ ਕਬੀਰ ਜੀ ਆਪਣੇ ਫਿਰ ਵੀ ਧੰਨਵਾਦ ਕੀਤਾ ਹੈ ਪਰਮਾਤਮਾ ਦਾ, ਔਰ ਵਾਪਸ ਖਾਲੀ ਹੱਥ ਪਿੰਡ ਵੱਲ ਨੂੰ ਆ ਗਏ। ਹੁਣ ਖਾਲੀ ਰਾਸ਼ਨ ਤਾਂ ਕੋਈ ਲਿਆ ਹੀ ਨਹੀਂ ਸੀ। ਘਰ ਦੇ ਵਿੱਚ ਬੱਚੇ ਇੰਤਜ਼ਾਰ ਕਰ ਰਹੇ ਸਨ। ਉਹਨਾਂ ਦੀ ਧਰਮ ਪਤਨੀ ਨੇ ਕਿਹਾ ਸੀ ਘਰ ਦੇ ਵਿੱਚ ਕੋਈ ਰਾਸ਼ਨ ਨਹੀਂ ਬਚਿਆ ਹੈ, ਸ਼ਾਮ ਨੂੰ ਪ੍ਰਸ਼ਾਦਾ ਪਕਾਉਣ ਵਾਸਤੇ ਆਪ ਜੀ ਵੇਚ ਕੇ ਲਿਆਓਗੇ। ਇਧਰ ਕਬੀਰ ਸਾਹਿਬ ਜੀ ਨੇ ਦੇਖੋ ਕਿ ਇਤਨੀ ਪ੍ਰਭੂ ਦੇ ਵਿੱਚ ਇਤਨਾ ਭਰੋਸਾ ਹੈ, ਇਤਨਾ ਉਹ ਹੈ ਕਿ ਇਹ ਵੀ ਪਰਮਾਤਮਾ ਦਾ ਕੋਈ ਭਗਤ ਹੈ, ਇਹ ਠੰਡ ਦੇ ਨਾਲ ਕੰਬ ਰਿਹਾ ਹੈ, ਕਿਉਂ ਨਾ ਇਹਦੀ ਠੰਡ ਦੂਰ ਕੀਤੀ ਜਾਵੇ। ਉਹ 3 ਖੇਸ ਜੋ ਸਨ ਤਿੰਨੇ ਹੀ ਉਹਨੂੰ ਦੇ ਦਿੱਤੇ ਔਰ ਆਪ ਖਾਲੀ ਹੱਥ ਆ ਜਾਂਦੇ ਹਨ। ਹੁਣ ਬਾਹਰ ਪਿੰਡ ਦੇ ਬਾਹਰ ਆ ਕੇ ਬੈਠ ਗਏ, ਇੱਕ ਥੜੇ ਦੇ ਉੱਤੇ ਆ ਕੇ ਬੈਠ ਜਾਂਦੇ ਹਨ ਔਰ ਪ੍ਰਭੂ ਦੀ ਭਗਤੀ ਵਿੱਚ, ਉਹਦੇ ਸ਼ੁਕਰਾਨੇ ਦੇ ਵਿੱਚ ਅੱਖਾਂ ਮੀਟ ਕੇ ਬੰਦਗੀ ਵਿੱਚ ਜੁੜ ਗਏ। ਔਰ ਇੱਧਰ ਕੀ ਹੁੰਦਾ ਹੈ, ਭਗਵਾਨ ਜੀ ਨੇ ਇਹ ਪਤਾ ਸੀ ਕਿ ਮੇਰਾ ਭਗਤ ਹੈ, ਉਹ ਸਭ ਦੇਖ ਰਹੇ ਸਨ। ਘਰ ਦੇ ਵਿੱਚ ਕੁਝ ਨਹੀਂ ਹੈ, ਲੇਕਿਨ ਭਗਵਾਨ ਜੀ ਤਾਂ ਖੁਦ ਫਕੀਰ ਬਣ ਕੇ ਉਹਨਾਂ ਨੇ ਦੇਖਣਾ ਸੀ ਕਿ ਮੇਰਾ ਭਗਤ ਕਿੱਥੇ ਤੱਕ ਪਹੁੰਚਾ ਹੈ। ਹੁਣ ਭਗਤ ਕਬੀਰ ਜੀ ਬੈਠੇ ਹੋਏ ਹਨ ਆਪਣੀ ਬੰਦਗੀ ਦੇ ਵਿੱਚ, ਇੱਧਰ ਭਗਵਾਨ ਜੀ ਇੱਕ ਬੰਨੇ ਦਾ ਰੂਪ, ਇੱਕ ਗੱਡੇ ਤੇ ਸਮਾਨ ਭਰ ਕੇ ਉਹਦੇ ਵਿੱਚ ਦਾਲਾਂ, ਆਟਾ, ਚਾਵਲ, ਚੀਨੀ, ਹੋਰ ਰਾਸ਼ਨ ਗੱਡੇ ਤੇ ਭਰ ਕੇ ਕਬੀਰ ਜੀ ਦੇ ਦਰਵਾਜ਼ੇ ਤੇ ਪਹੁੰਚ ਗਏ। ਦਰਵਾਜ਼ਾ ਖਟਖਟਾਇਆ ਹੈ ਕਿ ਭਗਤ ਕਬੀਰ ਜੀ ਦਾ ਘਰ ਇਹੀ ਹੈ। ਅੰਦਰੋਂ ਧਰਮ ਪਤਨੀ ਜੀ ਨੇ ਕਿਹਾ ਕਿ ਹਾਂਜੀ। ਕਿੱਥੇ ਹਨ ਕਬੀਰ ਜੀ? ਉਹ ਤਾਂ ਗਏ ਹਨ ਜੀ, ਬਾਜ਼ਾਰ ਦੇ ਵਿੱਚ ਖੇਸ ਲੈ ਕੇ ਵੇਚਣ ਗਏ ਹਨ, ਘਰ ਦੇ ਵਿੱਚ ਰਾਸ਼ਨ ਨਹੀਂ ਸੀ। ਭਗਵਾਨ ਜੀ ਕਹਿੰਦੇ ਉਹ ਜੋ ਬਦਲ ਕੇ ਆਏ ਹਨ ਕਿ ਇਹ ਉਹਨਾਂ ਨੇ ਸਮਾਨ ਭਿਜਵਾਇਆ ਹੈ, ਆਪ ਜੀ ਅੰਦਰ ਰਖਵਾ ਲਓ। ਹੁਣ ਸਮਾਨ ਉਤਾਰ ਕੇ ਨਾਲ ਜੋ ਹੋਰ ਉਹ ਉਤਾਰ ਕੇ ਲਿਜਾਂਦੇ ਹਨ। ਘਰ ਦੇ ਵਿੱਚ ਜਗ੍ਹਾ ਥੋੜੀ ਹੈ, ਕਮਰੇ ਦੇ ਵਿੱਚ ਕਿਤੇ ਬੋਰੀਆਂ ਰੱਖੀਆਂ ਜਾ ਰਹੀਆਂ ਹਨ, ਕਿਤੇ ਖਾਣ ਵਾਲੀਆਂ ਚੀਜ਼ਾਂ, ਰਾਸ਼ਨ। ਔਰ ਬੱਚੇ ਦੇਖ ਦੇਖ ਕੇ ਬੜੇ ਖੁਸ਼ ਹਨ, ਕਿਉਂਕਿ ਉਹ 1 ਡੰਗ ਦਾ 2 ਡੰਗ ਦਾ ਰਾਸ਼ਨ ਆਉਂਦਾ ਸੀ ਤੇ ਅੱਜ ਇਹ ਬੋਰੀਆਂ ਦੇ ਵਿੱਚ ਸਮਾਨ ਆ ਰਿਹਾ ਹੈ। ਇਤਨਾ ਸਮਾਨ ਹੈ ਕਿ ਘਰ ਭਰ ਗਿਆ, ਫਿਰ ਵੀ ਰੱਖਣ ਨੂੰ ਜਗ੍ਹਾ ਨਹੀਂ ਹੈ। ਸਮਾਨ ਸਾਰਾ ਰੱਖ ਕੇ ਭਰ ਕੇ ਚਲੇ ਗਏ। ਇੱਧਰ ਬੱਚਿਆਂ ਨੂੰ, ਧਰਮ ਪਤਨੀ ਨੂੰ ਚਿੰਤਾ ਹੋ ਰਹੀ ਹੈ, ਅੰਧੇਰਾ ਹੋ ਗਿਆ ਹੈ ਕਿ ਹਜੇ ਤੱਕ ਕਬੀਰ ਸਾਹਿਬ ਜੀ ਵਾਪਸ ਨਹੀਂ ਆਏ, ਸਮਾਨ ਵੀ ਭਿਜਵਾ ਦਿੱਤਾ ਹੈ, ਆਪ ਕਿਉਂ ਨਹੀਂ ਆਏ ਹਜੇ ਤੱਕ? ਫਿਕਰ ਹੋ ਗਿਆ ਹੈ। ਬੱਚਿਆਂ ਨੂੰ ਨਾਲ ਲੈ ਕੇ ਪਿੰਡ ਦੇ ਬਾਹਰ ਪਤਾ ਕਰ ਰਹੇ ਹਨ ਕਿ ਪਤਾ ਲੱਗਾ ਕਿ ਉਹ
ਜਦੋਂ ਭਗਤ ਕਬੀਰ ਜੀ ਦੇ ਪਾਸ ਪਹੁੰਚ ਜਾਂਦੇ ਹਨ, ਉਹਨਾਂ ਨੂੰ ਹਿਲਾਉਂਦੇ ਹਨ ਮੋਢੇ ਤੋਂ, ਤੁਸੀਂ ਇਤਨਾ ਸਮਾਨ ਭੇਜ ਦਿੱਤਾ ਘਰ ਦੇ ਵਿੱਚ ਤੇ ਆਪ ਤੁਸੀਂ ਪਹੁੰਚੇ ਨਹੀਂ, ਕੀ ਕਰ ਰਹੇ ਹੋ? ਭਗਤ ਕਬੀਰ ਜੀ ਨੂੰ ਹਿਲਾਉਣਾ ਦਿੱਤਾ। ਭਗਤ ਕਬੀਰ ਜੀ ਬੰਦਗੀ ਤੋਂ ਜਦੋਂ ਅੱਖਾਂ ਖੋਲੀਆਂ ਤੇ ਭਗਤ ਕਬੀਰ ਜੀ ਬੱਚਿਆਂ ਦੇ ਨਾਲ ਚੱਲ ਪਏ। ਹੁਣ ਘਰ ਨੂੰ ਆ ਰਹੇ ਹਨ। ਭਗਤ ਕਬੀਰ ਜੀ ਸੋਚਦੇ ਹਨ ਕਿ ਮੈਂ ਤਾਂ ਜੋ 3 ਖੇਸ ਲੈ ਕੇ ਗਿਆ ਸੀ ਉਹ ਤਾਂ ਮੈਂ ਫਕੀਰ ਨੂੰ ਦਾਨ ਦੇ ਦਿੱਤੇ, ਉਹਦੀ ਠੰਡ ਦੂਰ ਕਰ ਦਿੱਤੀ। ਉਹ ਕੰਬ ਰਿਹਾ ਸੀ, ਮੈਂ ਤਾਂ ਕੋਈ ਰਾਸ਼ਨ ਲੈ ਕੇ ਨਹੀਂ ਆਇਆ। ਜਦੋਂ ਘਰ ਦੇ ਕੋਲ ਅੰਦਰ ਪਹੁੰਚਿਆ ਹੈ ਕਬੀਰ ਸਾਹਿਬ ਜੀ ਬੱਚਿਆਂ ਦੇ ਨਾਲ, ਦੇਖਿਆ ਘਰ ਰਾਸ਼ਨ ਦੇ ਨਾਲ ਭਰਿਆ ਪਿਆ ਹੈ। ਕਿਤੇ ਬਹੁਤ ਬਹੁਤ ਵਸਤੂਆਂ ਜਿਹੜੀਆਂ ਕਦੀ ਸੋਚਿਆ ਨਹੀਂ ਸੀ ਉਹ ਭਰੀਆਂ ਪਈਆਂ ਹਨ। ਕਬੀਰ ਜੀ ਸਮਝ ਗਏ ਇਹ ਮੇਰੇ ਪ੍ਰਭੂ ਦੀ, ਇਹ ਭਗਵਾਨ ਜੀ ਦੀ ਕਰਾਮਾਤ ਹੈ। ਮੈਂ ਇਤਨੇ ਜੋਗਾ ਨਹੀਂ ਸੀ, ਮੈਂ ਤਾਂ ਉਹ ਖੇਸ ਲੈ ਕੇ ਗਿਆ ਸਾਂ, ਲੇਕਿਨ ਉਸ ਮੈਨੂੰ ਲੱਗਦਾ ਕਿ ਭਗਵਾਨ ਜੀ ਹੀ ਸਾਨੂੰ ਉਹ ਜੋ ਖੇਸ ਮੈਂ ਦਿੱਤੇ ਸਨ, ਠੰਡ ਸੀ, ਉਹ ਫਕੀਰ ਸੀ, ਉਹ ਕੰਬ ਰਿਹਾ ਸੀ। ਹੁਣ ਕਬੀਰ ਸਾਹਿਬ ਜੀ ਦੇ ਬੱਚੇ ਬੜੇ ਖੁਸ਼, ਧਰਮ ਪਤਨੀ ਜੀ ਬੜੇ ਖੁਸ਼, ਪ੍ਰਸ਼ਾਦੇ ਦੀ ਤਿਆਰੀ ਕਰ ਰਹੇ ਹਨ। ਕਬੀਰ ਸਾਹਿਬ ਜੀ ਆਪਣਾ ਮੋਢੇ ਤੇ ਚਾਦਰਾ ਰੱਖ ਕੇ ਇੱਕ ਪਾਸੇ ਜਾ ਕੇ ਬੈਠ ਕੇ ਭਗਵਾਨ ਜੀ ਨੂੰ ਯਾਦ ਕਰਨ ਲੱਗ ਪਏ, ਉਹਨਾਂ ਦਾ ਸ਼ੁਕਰਾਨਾ ਕਰਨ ਲੱਗ ਪਏ। ਸੋ ਭਾਵ ਇਹ ਹੈ ਕਿ ਜਿਹੜਾ ਜਦੋਂ ਸਾਡੇ ਅੰਦਰ ਇਹ ਭਾਵਨਾ ਆ ਗਈ ਕਿ ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे मेरा। घर ਦੇ ਵਿੱਚ ਸਾਨੂੰ ਗੁਰੂ ਜੀ ਨੇ ਕੋਠੀ ਦਿੱਤੀ ਹੈ, ਕਾਰ ਦਿੱਤੀ ਹੈ, ਧਨ ਦੌਲਤ ਦਿੱਤਾ ਹੈ। ਅਸੀਂ ਸ਼ੁਕਰਾਨਾ ਕਰੀਏ ਪਰਮਾਤਮਾ ਦਾ ਕਿ ਇਹ ਸਭ ਕੁਛ ਆਪ ਜੀ ਦਾ ਹੈ, ਮੇਰਾ ਕੁਛ ਨਹੀਂ ਹੈ। ਸੋ ਐਸੇ ਵਾਹਿਗੁਰੂ, ਐਸੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਰਬ ਕਲਾ ਸਮਰੱਥ ਹਨ, ਉਹਨਾਂ ਦੀ ਆਪਾਂ ਗੋਦ ਦੇ ਵਿੱਚ ਜੁੜ ਕੇ ਬੈਠੇ ਹਾਂ। ਸੋ ਆਓ ਕੁਝ ਸਮੇਂ ਵਾਸਤੇ ਸਤਿਕਾਰਯੋਗ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹ ਆਪਾਂ ਨੂੰ ਗੁਰਮਤਿ ਵਿਚਾਰਾਂ ਸਰਵਨ ਕਰਾਉਂਗੇ। ਬੜੇ ਪਿਆਰ ਦੇ ਨਾਲ ਉਹਨਾਂ ਪਾਸੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਪਰਮ ਸਨਮਾਨਿਓ ਸ਼ਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਸਰਬ ਸ਼ਕਤੀਮਾਨ, ਜੁਗੋ ਜੋਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਮਹਿਰਾਮਤ ਸਦਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਕੁਝ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਆਰੰਭਤਾ ਹੋਈ ਸੀ, ਉਹਨਾਂ ਦੇ ਵਿੱਚ ਅੱਜ 6ਵੇਂ ਅਖੰਡ ਪਾਠ ਸਾਹਿਬ ਜੀ ਸਰਦਾਰ ਦਲਬੀਰ ਸਿੰਘ ਹੋਣਾ ਨੇ ਘਰ ਦੀ ਸੁਖ ਸ਼ਾਂਤੀ ਵਾਸਤੇ, ਕਾਰੋਬਾਰਾਂ ਦੀਆਂ ਚੜ੍ਹਦੀਆਂ ਕਲਾ ਵਾਸਤੇ
ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਪਰਸੋਂ ਦੇ ਰੋਜ਼ ਤੋਂ ਆਰੰਭ ਕਰਵਾਏ ਸਨ, ਜਿਨ੍ਹਾਂ ਦੇ ਸਵੇਰੇ ਭੋਗ ਪਾਏ ਗਏ। ਉਸ ਤੋਂ ਉਪਰੰਤ ਦੀਵਾਨ ਸੱਜੇ। ਸਤਿਗੁਰਾਂ ਦੀ ਮਿਹਰਾਮਤ ਸਦਕਾ ਆਪਾਂ ਸਾਰਿਆਂ ਨੇ ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਕੁ ਸਮੇਂ ਵਾਸਤੇ ਗੁਰਮਤਿ ਵਿਚਾਰ ਦੇ ਨਾਲ ਜੁੜਨ ਦਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਬਖਸ਼ਿਸ਼ ਕਰਕੇ ਵਿਚਾਰ ਦੇ ਨਾਲ ਜੁੜਨ ਦੀ ਸੋਝੀ ਬਖਸ਼ਿਸ਼ ਕਰਨ। ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਪਾਸ ਹਾਜ਼ਰੀਆਂ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕਾ ਸ਼ਬਦ ਮੰਨੇ ਸੋ ਸੂਰਾ। ਸਤਿਗੁਰਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ, ਜੋ ਮਨੁੱਖ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ, ਉਹ ਸੂਰਮਾ ਹੈ। ਲੇਕਿਨ ਐਸੀ ਸੂਰਮਤਾਈ ਜਿਹੜੀ ਹੈ, ਇਹ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਹੀ ਹੁੰਦੀ ਹੈ। ਜੇ ਪਰਮਾਤਮਾ ਉਤਮ ਬਖਸ਼ਿਸ਼ ਕਰੇ ਤਦ ਹੀ ਸ਼ਬਦ ਨੂੰ ਮੰਨਿਆ ਜਾ ਸਕਦਾ ਹੈ। ਉਹੀ ਮਨੁੱਖ ਸ਼ਬਦ ਨੂੰ ਮੰਨਦੇ ਹਨ ਜਿਨ੍ਹਾਂ ਦੇ ਉੱਤੇ ਸਤਿਗੁਰੂ ਬਖਸ਼ਿਸ਼ ਕਿਰਪਾ ਕਰ ਦਿੰਦਾ ਹੈ। ਉਦਮ ਮਤ ਪ੍ਰਭ ਅੰਤਰ ਜਾਮੀ, ਜੋ ਪ੍ਰੇਰੇ ਤਿਉ ਕਰਨਾ। ਜੋ ਨਟੁਆ ਤੰਤ ਵਜਾਏ ਤੰਤੀ, ਤਿਉ ਵਾਜੇ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ। ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਦੁਆਰਾ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਹਨ। ਉਹਨਾਂ ਦੇ ਅਮੋਲਕ ਬਚਨ ਹਨ ਕਿ ਜੋ ਮਨੁੱਖਾਂ ਨੂੰ ਜੋ ਪਰਮਾਤਮਾ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ, ਉਹਨਾਂ ਨੇ ਪਹਿਲੀ ਗੱਲ ਸਮਝਾਈ ਹੈ ਕਿ ਮਨੁੱਖ ਨੂੰ ਅੰਤਰ ਦੀ ਮੱਤ ਦੇਣ ਵਾਲਾ ਉਹ ਪਰਮਾਤਮਾ ਅਕਾਲ ਪੁਰਖ ਆਪ ਹੈ। ਜਿਸ ਤਰ੍ਹਾਂ ਦੀ ਪਰਮਾਤਮਾ ਮਨੁੱਖ ਨੂੰ ਅੰਦਰ ਦੀ ਮੱਤ ਦਿੰਦਾ ਹੈ, ਤੇ ਇਸ ਮੱਤ ਦਾ ਪ੍ਰੇਰਿਆ ਹੋਇਆ ਮਨੁੱਖ ਇਨਸਾਨ ਉਹ ਜਿਹੇ ਬਾਹਰਮੁਖੀ ਕਰਮ ਕਰਦਾ ਹੈ। ਦੂਜਾ ਬਚਨ ਸਤਿਗੁਰਾਂ ਨੇ ਇਸ ਪਵਿੱਤਰ ਸ਼ਬਦ ਵਿੱਚ ਜੋ ਕੇਂਦਰੀ ਭਾਵ ਹੈ ਅਤੇ ਉਸ ਵਿੱਚ ਮਨ ਨੂੰ ਸੰਬੋਧਨ ਕਰ ਰਹੇ ਹਨ ਕਿ ਹੇ ਮਨ, ਰਸਨਾ ਨਾਲ ਪਰਮਾਤਮਾ ਦਾ ਨਾਮ ਜਪ, ਤੇ ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇਰੇ ਹਨ, ਉਹਨਾਂ ਨੂੰ ਸਮਰੱਥ ਗੁਰੂ ਮਿਲਿਆ ਹੈ। ਤੇ ਰਸਨਾ ਦੇ ਨਾਲ ਜਪਣ ਵਾਲਿਆਂ ਦੇ ਹਿਰਦੇ ਦੇ ਵਿੱਚ ਪਰਮ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਵਸ ਜਾਂਦਾ ਹੈ। ਜਿਹੜੇ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਵਸ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ। ਗੁਰੂ ਰਾਮਦਾਸ ਸਾਹਿਬ ਇਸ ਪਾਵਨ ਸ਼ਬਦ ਦੀ ਪ੍ਰੰਪਰਾ ਦੇ ਵਿੱਚ ਅੰਮ੍ਰਿਤ ਬਚਨ ਕਰ ਰਹੇ ਹਨ ਕਿ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ ਜੀ, ਜਿਵੇਂ ਦੀ ਆਪ ਕਿਸੇ ਨੂੰ ਮਤ ਬਖਸ਼ਿਸ਼ ਕਰਦੇ ਹੋ, ਉਸ ਮਤ ਦੇ ਲਿਹਾਜ਼ ਨਾਲ ਜੀਵ ਉਸੇ ਤਰ੍ਹਾਂ ਦੇ ਹੀ ਕਰਮ ਕਰਨ ਲੱਗ ਪੈਂਦਾ ਹੈ। ਜਿਸ ਤਰ੍ਹਾਂ ਦੀ ਆਪ ਜੀ ਨੇ ਕਿਸੇ ਨੂੰ ਮਤ ਬਖਸ਼ਿਸ਼ ਕੀਤੀ, ਜਿਵੇਂ ਦੀ ਪ੍ਰੇਰਣਾ ਆਪ ਜੀ ਨੇ ਕਿਸੇ ਨੂੰ ਦਿੱਤੀ, ਜਿਸ ਪਾਸੇ ਆਪ ਜੀ ਨੇ ਕਿਸੇ ਨੂੰ ਤੋਰ ਦਿੱਤਾ, ਆਪ ਜੀ ਦੀ ਬਖਸ਼ੀ ਹੋਈ ਮਤ ਦੇ ਨਾਲ ਜੀਵ ਉਦਮ ਕਰਦੇ ਹਨ। ਤੇ ਇਸ ਉਦਮ ਦੇ ਨਾਲ, ਆਪ ਜੀ ਦੀ ਪ੍ਰੇਰਣਾ ਦੇ ਨਾਲ
ਜਿਸ ਪਾਸੇ ਪ੍ਰੇਰਦੇ ਹੋ ਉਧਰ ਚਲੇ ਜਾਂਦੇ ਹਨ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ। ਆਪ ਜੀ ਦੇ ਪ੍ਰੇਰੇ ਹੋਏ ਜੀਵ ਕਿਵੇਂ ਕਿਵੇਂ ਦੇ ਕਰਮ ਕਰਦੇ ਹਨ। ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਪਹਿਲੇ ਬਚਨ ਹਨ, ਕਿਹਾ ਹੈ ਕਿ ਜਿਵੇਂ ਇੱਕ ਨਟੂਆ ਆਪਣੇ ਹੱਥ ਦੇ ਵਿੱਚ ਫੜੇ ਹੋਏ ਸਾਜ਼ ਦੀ ਤਾਰ ਨੂੰ ਛੇੜਦਾ ਹੈ, ਜਿਸ ਤਰ੍ਹਾਂ ਦਾ ਰਾਗ ਉਸ ਸਾਜ਼ ਦੇ ਵਿੱਚੋਂ ਕੱਢਣਾ ਚਾਹੇ ਤੇ ਉਸ ਸਾਜ਼ ਵਜਾਉਣ ਵਾਲਾ ਉਸ ਸਾਜ਼ ਵਿੱਚੋਂ ਉਹ ਜਿਹਾ ਸਾਜ਼ ਜਿਹੜਾ ਹੈ ਉਹ ਪੈਦਾ ਕਰ ਦਿੰਦਾ ਹੈ। ਭਾਵ ਕਿ ਸਾਜ਼ ਨੂੰ ਵਜਾਉਣ ਵਾਲਾ ਜਿਸ ਤਰ੍ਹਾਂ ਦਾ ਸਾਜ਼ ਚਾਹੇ ਉਹ ਉਸ ਸਾਜ਼ ਦੇ ਵਿੱਚੋਂ ਉਸੇ ਤਰ੍ਹਾਂ ਦਾ ਰਾਗ ਹੀ ਪੈਦਾ ਕਰ ਦਿੰਦਾ ਹੈ। ਇਹ ਵੀ ਬਚਨ ਕੀਤਾ ਕਿ ਜਿਸ ਤਰ੍ਹਾਂ ਕਠਪੁਤਲੀਆਂ ਦਾ ਖੇਡ ਬਾਜੀਗਰ ਕਰਦੇ ਹਨ ਅਤੇ ਕਠਪੁਤਲੀ ਜਿਹੜੀ ਹੈ ਉਹ ਸਟੇਜ ਦੇ ਉੱਤੇ ਹੱਸਦੀ, ਨੱਚਦੀ, ਤੁਰਦੀ ਫਿਰਦੀ ਤੇ ਲੜਦੀ ਪ੍ਰਤੀਤ ਹੁੰਦੀ ਹੈ, ਪਰ ਉਸ ਦੇ ਸਰੀਰ ਨੂੰ ਜੀਵ ਵੇਖਦੇ ਹਨ ਕਿ ਉਹ ਕਠਪੁਤਲੀ ਜਿਹੜੀ ਹੈ ਉਹ ਹੱਸਦੀ ਹੈ, ਨੱਚਦੀ ਹੈ, ਗੱਲ ਕਰਦੀ ਹੈ, ਤੁਰਦੀ ਫਿਰਦੀ ਹੈ, ਪਰ ਉਸ ਦੇ ਵਿੱਚ ਜਿਹੜੀਆਂ ਬਰੀਕ ਤੰਦਾਂ ਹਨ ਜੋ ਪਿੱਛੇ ਉਸ ਨੂੰ ਨਚਾਉਣ ਵਾਲੇ ਨੇ ਫੜੀਆਂ ਹਨ ਉਹ ਕਿਸੇ ਨੂੰ ਪ੍ਰਤੀਤ ਨਹੀਂ ਹੁੰਦੀਆਂ। ਉਹ ਇਤਨੀਆਂ ਬਰੀਕ ਤੰਦਾਂ ਹੁੰਦੀਆਂ ਹਨ ਕਿ ਉਹ ਦੂਰੋਂ ਦਿਖਾਈ ਨਹੀਂ ਦਿੰਦੀਆਂ। ਉਹ ਨਚਾਉਣ ਵਾਲੇ ਦੇ ਹੱਥ ਦੇ ਵਿੱਚ ਜਿਹੜੀਆਂ ਉਸ ਕਠਪੁਤਲੀ ਦੀਆਂ ਤੰਦਾਂ ਹਨ, ਤਾਰਾਂ ਹਨ, ਉਹ ਜਿਵੇਂ ਦੀ ਤਾਰ ਖਿੱਚਦਾ ਹੈ ਕਠਪੁਤਲੀ ਦੇ ਸਰੀਰ ਦਾ ਐਕਸ਼ਨ ਜਿਹੜਾ ਹੈ ਉਸੇ ਤਰ੍ਹਾਂ ਹੀ ਸਟੇਜ ਦੇ ਉੱਤੇ ਹੁੰਦਾ ਹੈ। ਜਿਵੇਂ ਨਚਾਉਣ ਵਾਲਾ ਉਸ ਕਠਪੁਤਲੀ ਨੂੰ ਨਚਾਉਂਦਾ ਹੈ ਤਿਵੇਂ ਹੀ ਉਹ ਕਠਪੁਤਲੀ ਨੱਚਦੀ ਹੈ, ਸਟੇਜ ਦੇ ਉੱਤੇ ਐਕਸ਼ਨ ਕਰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿੰਨੇ ਜੀਵ ਅਸੀਂ ਦੇਖਦੇ ਹਾਂ, ਇਸ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਅਸੀਂ ਦੇਖਦੇ ਹਾਂ, ਉਸ ਪਰਮਾਤਮਾ ਦੇ ਬਣਾਏ ਹੋਏ ਸਾਰੇ ਜੀਵ ਜਿਹੜੇ ਹਨ ਉਹ ਕਠਪੁਤਲੀਆਂ ਹਨ। ਉਸ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਤੰਦਾਂ ਫੜੀਆਂ ਹੋਈਆਂ ਹਨ। ਜਿਵੇਂ ਦੀ ਕਿਸੇ ਜੀਵ ਨੂੰ ਉਹ ਨਚਾਉਣਾ ਚਾਹੁੰਦਾ ਹੈ, ਜਿਵੇਂ ਦੀ ਕਿਸੇ ਜੀਵ ਦੀ ਉਹ ਤਾਰ ਜਿਸ ਤਰੀਕੇ ਨਾਲ ਤੰਦ ਖਿੱਚਦਾ ਹੈ, ਜਿਵੇਂ ਉਹ ਜੀਵ ਨੂੰ ਨਚਾਉਣਾ ਚਾਹੁੰਦਾ ਹੈ, ਜੀਵ ਉਸੇ ਢੰਗ ਨਾਲ ਹੀ ਇਸ ਸੰਸਾਰ ਦੇ ਵਿੱਚ ਨੱਚੀ ਜਾ ਰਹੇ ਹਨ। ਸਾਡੀ ਆਪਣੀ ਮਰਜ਼ੀ ਨਹੀਂ, ਜਿਵੇਂ ਉਸ ਦੀ ਮਰਜ਼ੀ ਹੋਈ ਉਸੇ ਤਰ੍ਹਾਂ ਹੀ ਉਸ ਨੇ ਜੀਵ ਨੂੰ ਤੋਰ ਦਿੱਤਾ। ਦੂਜੀ ਉਦਾਹਰਣ ਹੈ ਕਿ ਮੰਨ ਲਓ ਕਿ ਕਿਸੇ ਨੇ ਆਪਣੇ ਹੱਥ ਦੇ ਵਿੱਚ ਰਬਾਬ ਫੜੀ ਹੈ। ਰਬਾਬ ਦਾ ਢਾਂਚਾ ਜਿਹੜਾ ਹੈ ਉਹ ਲੱਕੜ ਦਾ ਹੈ, ਉਸ ਦੇ ਉੱਤੇ ਇੱਕ ਤਾਰ ਮੜੀ ਹੋਈ ਹੈ। ਉਸ ਤਾਰ ਦੇ ਵਿੱਚ ਦੁਨੀਆ ਭਰ ਦਾ ਸੰਗੀਤ ਭਰਿਆ ਹੈ, ਪਰ ਰਾਗ ਉਹੀ ਨਿਕਲੇਗਾ ਜੋ ਕੁਝ ਉਸ ਦੇ ਤਾਰ ਨੂੰ, ਉਸ ਰਬਾਬ ਨੂੰ ਵਜਾਉਣ ਵਾਲਾ ਉਸ ਦੇ ਵਿੱਚੋਂ ਰਾਗ ਜਿਹੜਾ ਪੈਦਾ ਕਰਨਾ ਚਾਹੁੰਦਾ ਹੈ ਉਹੀ ਰਾਗ ਉਸ ਦੇ ਵਿੱਚੋਂ ਨਿਕਲਦਾ ਹੈ। ਕਿਸੇ ਨੇ ਤਾਨਪੁਰਾ ਫੜਿਆ ਹੋਇਆ ਹੈ, ਉਸ ਦੀਆਂ ਤਾਰਾਂ ਵਿੱਚ ਦੁਨੀਆ ਭਰ ਦਾ ਸੰਗੀਤ ਹੈ। ਆਪਣੀ ਮਰਜ਼ੀ ਦੇ ਨਾਲ ਤਾਨਪੁਰਾ ਜਿਹੜਾ ਹੈ ਉਹ ਕੁਝ ਵੀ ਨਹੀਂ ਬੋਲੇਗਾ। ਜਦੋਂ ਉਸ ਦੀਆਂ ਤਾਰਾਂ ਨਾਲ ਕੋਈ ਆਪਣੇ ਹੱਥਾਂ ਨਾਲ ਸਪਰਸ਼ ਕਰਦਾ ਹੈ, ਜਿਸ ਤਰ੍ਹਾਂ ਦਾ ਰਾਗ ਉਸ ਦੇ ਵਿੱਚੋਂ ਕੱਢਣਾ ਚਾਹੇ, ਤਾਨਪੁਰੇ ਦੀਆਂ ਤਾਰਾਂ ਵਿੱਚੋਂ ਉਹੋ ਜਿਹੇ ਬੋਲ ਨਿਕਲਣਗੇ। ਇਸ ਸੰਸਾਰ ਵੱਲ ਜਦੋਂ ਝਾਤੀ ਮਾਰਦੇ ਹਾਂ ਤੇ ਪਰਮਾਤਮਾ ਨੇ ਅਨੇਕਾਂ ਰੰਗਾਂ ਦੇ ਜੀਵ ਪੈਦਾ ਕੀਤੇ ਹਨ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੀ ਸੁਰਤ ਨੂੰ, ਇਹ ਆਪਣੀ ਸੁਰਤ ਦੇ ਨਾਲ ਇਸ ਸੰਸਾਰ ਨੂੰ ਵੇਖਦੇ ਹਾਂ, ਇਸ ਸੰਸਾਰ ਦੇ ਵਿੱਚ ਆਪਣੀ ਸੁਰਤ ਦੇ ਅਨੁਸਾਰ ਨੀਵੇਂ ਪੱਧਰ ਤੇ ਰੱਖ ਕੇ ਜਿਉਂਦੇ ਹਾਂ, ਉਨੀ ਦੇਰ ਤੱਕ ਸਾਨੂੰ ਕੋਈ ਬੰਦਾ ਚੰਗਾ ਲੱਗਦਾ ਹੈ ਤੇ ਕੋਈ ਬੰਦਾ ਮੰਦਾ ਲੱਗਦਾ ਹੈ। ਜਿਸ ਵੇਲੇ ਇਨਸਾਨ ਆਪਣੀ ਸੁਰਤ ਨੂੰ ਨਾਮ ਵਿੱਚ ਜੋੜ ਕੇ ਇਸ ਦੁਨੀਆ ਤੋਂ ਉੱਪਰ ਉੱਠ ਕੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਮੰਨ ਕੇ
ਉਸ ਦੇ ਰੂਪ ਦੇ ਵਿੱਚ ਵੇਖਦਾ ਹੈ ਤਾਂ ਇਹ ਸਾਰੇ ਬਣਾਏ ਹੋਏ ਉਸ ਦੇ ਸਾਜ਼ ਹਨ। ਜਿਹੋ ਜਿਹੇ ਸਾਜ਼ ਵਿੱਚੋਂ ਉਹ ਪਰਮਾਤਮਾ ਜਿਹੋ ਜੀ ਕਿਸੇ ਨੂੰ ਆਵਾਜ਼ ਦਿੰਦਾ ਹੈ, ਇਹ ਉਸ ਦੇ ਬਣਾਏ ਹੋਏ ਸਾਜ਼ ਦੀ ਜਿਹੋ ਜੀ ਤਾੜ ਉਹ ਪਰਮਾਤਮਾ ਛੇੜਦਾ ਹੈ, ਜਿਹੋ ਜੀ ਤਾਰ ਨੂੰ ਉਸ ਨੇ ਛੇੜਿਆ ਉਸ ਦੇ ਵਿੱਚੋਂ ਉਸੇ ਤਰ੍ਹਾਂ ਦੀ ਹੀ ਆਵਾਜ਼ ਨਿਕਲ ਆਉਂਦੀ ਹੈ। ਪਾਰ ਬ੍ਰਹਮ ਪਰਮੇਸ਼ਰ ਜੀ ਇਹ ਤਾਂ ਬਣਾਏ ਹੋਏ ਤੇਰੇ ਸਾਜ਼ ਹਨ। ਜਿਹੋ ਜੀ ਕਿਸੇ ਨੂੰ ਤੂੰ ਆਵਾਜ਼ ਦਿੱਤੀ ਹੈ, ਜਿਹੋ ਜੀ ਤੇਰੀ ਤੂੰ ਤੰਦ ਛੇੜੀ ਹੈ, ਉਹੋ ਜੀ ਸਾਜ਼ ਦੇ ਵਿੱਚੋਂ ਆਵਾਜ਼ ਨਿਕਲਣ ਲੱਗ ਪਈ। ਕਬੀਰ ਸਾਹਿਬ ਜੀ ਦਾ ਅਮੋਲਕ ਬਚਨ ਹੈ ਜੋ ਆਪਾਂ ਆਮ ਖਾਸ ਕਰਕੇ ਸੁਣਦੇ ਹਾਂ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਪਰਮਾਤਮਾ ਨੇ ਆਪਣੇ ਰੂਪ ਤੋਂ ਆਪਣੇ ਨੂਰ ਤੋਂ ਸਾਰੇ ਬਣਾਏ ਹਨ। ਕਿਸੇ ਨੂੰ ਭਲਾ ਕਹਿ ਦਿੱਤਾ ਤੇ ਕਿਸੇ ਨੂੰ ਮੰਦਾ ਕਹਿ ਦਿੱਤਾ। ਭਗਤ ਨਾਮਦੇਵ ਜੀ ਦਾ ਬਚਨ ਹੈ ਕਿ ਮਿੱਟੀ ਤਾਂ ਇੱਕ ਹੈ, ਪਰਮਾਤਮਾ ਨੇ ਸਭ ਨੂੰ ਇੱਕ ਹੀ ਮਿੱਟੀ ਲਾਈ ਹੈ। ਉਸ ਮਿੱਟੀ ਦੇ ਵੱਖ-ਵੱਖ ਭਾਂਡੇ ਬਣਾ ਦਿੱਤੇ। ਏਕਲ ਮਾਟੀ ਕੁੰਜਰ ਚੀਟੇ, ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਕਟ ਕਟ ਰਾਮ ਸਮਾਨਾ ਰੇ। ਉਸ ਪਰਮਾਤਮਾ ਨੇ ਇਸ ਮਿੱਟੀ ਤੋਂ ਅਨੇਕਾਂ ਬਰਤਨ ਬਣਾ ਦਿੱਤੇ ਹਨ। ਇੱਕ ਕੀੜੀ ਤੋਂ ਲੈ ਕਰਕੇ ਹਾਥੀ ਤੱਕ ਤੇ ਇੱਕ ਥਾਂ ਤੇ ਟਿਕੇ ਰਹਿਣ ਵਾਲੇ ਜੀਵ ਜੰਤੂਆਂ ਤੋਂ ਲੈ ਕਰਕੇ ਥਾਂ ਥਾਂ ਤੇ ਫਿਰਨ ਵਾਲੇ ਤੱਕ ਸਾਰੇ ਉਸ ਪਰਮਾਤਮਾ ਨੇ ਸਿਰਜੇ ਹੋਏ ਹਨ। ਚਾਹੇ ਕੋਈ ਚੰਗਾ ਨੱਚਦਾ ਹੈ ਜਾਂ ਕੋਈ ਮੰਦਾ ਨੱਚਦਾ ਹੈ, ਜੇ ਇਹਨਾਂ ਦੀ ਤਹਿ ਵਿੱਚ ਜਾਈਏ ਤਾਂ ਸਾਰੀ ਖੇਡ ਰਚਾਉਣ ਵਾਲਾ ਉਹ ਪਰਮ ਪਿਤਾ ਪਰਮਾਤਮਾ ਹੈ। ਉਸ ਪਰਮ ਪਿਤਾ ਪਰਮਾਤਮਾ ਦੇ ਵੱਖ-ਵੱਖ ਰੰਗਾਂ ਦੀਆਂ ਕਠਪੁਤਲੀਆਂ ਬਣਾਈਆਂ ਹਨ, ਪਰ ਸਾਰੀਆਂ ਦੀਆਂ ਤੰਦਾਂ ਉਸ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਰੱਖੀਆਂ ਹਨ। ਇਸੇ ਤਰ੍ਹਾਂ ਇਸ ਸੰਸਾਰ ਨੂੰ ਦੇਖੀਏ ਤਾਂ ਵੱਖ-ਵੱਖ ਸੁਭਾਅ ਦੇ ਲੋਕ ਮਿਲਦੇ ਹਨ, ਵੱਖ-ਵੱਖ ਬੋਲੀਆਂ ਦੇ ਲੋਕ ਮਿਲ ਸਕਦੇ ਹਨ, ਵੱਖ-ਵੱਖ ਰੰਗਾਂ ਦੇ ਲੋਕ ਮਿਲ ਸਕਦੇ ਹਨ, ਪਰ ਜੇ ਇਹਨਾਂ ਦੇ ਅੰਤਰ ਆਤਮੇ ਵਿੱਚ ਅਸੀਂ ਨਜ਼ਰ ਟਿਕਾ ਕੇ ਦੇਖਾਂਗੇ ਤੇ ਇਹਨਾਂ ਦੇ ਵੱਖ-ਵੱਖ ਸੁਭਾਵਾਂ ਰੰਗਾਂ ਬੋਲੀਆਂ ਦੇ ਅੰਦਰ ਬੈਠਾ ਹੋਇਆ ਉਹ ਕੇਵਲ ਇੱਕ ਪਰਮ ਪਿਤਾ ਪਰਮੇਸ਼ਰ ਆਪ ਵਾਹਿਗੁਰੂ ਹੈ। ਉਹ ਵਾਹਿਗੁਰੂ ਜਿਹੋ ਜੀ ਕਿਸੇ ਨੂੰ ਮਤ ਦਿੰਦਾ ਹੈ, ਮਨੁੱਖ ਉਹੋ ਜਿਹਾ ਹੀ ਕਾਰਜ ਕਰਦਾ ਹੈ। ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦੀ ਪਰਮਾਤਮਾ ਨੇ ਕਿਸੇ ਨੂੰ ਮਤ ਦਿੱਤੀ ਤੇ ਉਹ ਗੁਰੂ ਕੀ ਸੰਗਤ ਦੇ ਵਿੱਚ ਬੈਠਾ। ਆਮ ਮਨੁੱਖ ਕਹਿ ਦਿੰਦਾ ਹੈ ਕਿ ਇਹ ਪਰਮਾਤਮਾ ਦੇ ਵਸ ਦੀ ਗੱਲ ਹੈ, ਜਿਹੋ ਜਿਹਾ ਪਰਮਾਤਮਾ ਕਰਾਉਂਦਾ ਹੈ ਉਹੋ ਜਿਹਾ ਕਰਦਾ ਹੈ। ਕਰਦਾ ਤਾਂ ਮਨੁੱਖ ਉਹੀ ਹੈ ਜੋ ਪਰਮਾਤਮਾ ਨੇ ਕਰਾਉਣਾ ਹੈ, ਪਰ ਜੇ ਮਨੁੱਖ ਉਸ ਪਰਮਾਤਮਾ ਦੇ ਅੱਗੇ ਆ ਕਰਕੇ ਅਰਦਾਸ ਕਰਦਾ ਹੈ ਤੇ ਉਸ ਦੇ ਜਿਹੜੇ ਮਾੜੇ ਕਰਮ ਹਨ, ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਸਤਕ ਰੱਖ ਕੇ ਮੱਥਾ ਟੇਕਦਾ ਹੈ ਤੇ ਪਰਮਾਤਮਾ ਉਸ ਦੇ ਕਰਮਾਂ ਨੂੰ ਬਦਲ ਦਿੰਦਾ ਹੈ ਤੇ ਉਸ ਨੂੰ ਚੰਗੀ ਮੱਤ ਦੇ ਕਰਕੇ ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦੀ ਪ੍ਰੇਰਣਾ, ਨਾਮ ਸਿਮਰਨ ਦੀ ਪ੍ਰੇਰਣਾ ਉਦਮ ਪਰਮਾਤਮਾ ਬਖਸ਼ਿਸ਼ ਕਰਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰੀਏ ਕਿ ਪਰਮਾਤਮਾ ਸਾਡੇ ਪਿਛਲੇ ਔਗਣ ਬਖਸ਼ ਕਰਕੇ ਸਾਨੂੰ ਅੱਗੇ ਨਾਮ ਸਿਮਰਨ ਦਾ ਉਦਮ ਬਖਸ਼ਿਸ਼ ਕਰੋ, ਜੋ ਅਸੀਂ ਸਤਿਗੁਰਾਂ ਦੇ ਨਾਮ ਦੇ ਨਾਲ ਜੁੜ ਸਕੀਏ। ਜਿਤਨਾ ਸਮਾਂ ਮਿਲਿਆ ਸੀ ਉਹ ਸਮਾਪਤ ਹੈ। ਸੇਵਕ ਪਰਿਵਾਰ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਧੰਨਤਾ ਦੇ ਯੋਗ ਹਨ, ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਅਖੰਡ ਪਾਠ ਸਾਹਿਬ ਆਰੰਭ ਹਨ, ਆਪ ਸਰਬੱਤ ਸੰਗਤਾਂ ਉਸ ਦੇ ਵਿੱਚ ਹਿੱਸਾ ਪਾਓ। ਲੰਗਰ ਦੇ ਵਿੱਚ, ਅਖੰਡ ਪਾਠ ਸਾਹਿਬ ਦੇ ਵਿੱਚ ਜਿਹੜੀ ਸੇਵਾ ਜਿਸ ਨੇ ਕਰਨੀ ਹੈ ਉਹ ਆਪਣੀ ਸੇਵਾ ਉਸੇ ਤਰੀਕੇ ਨਾਲ ਕਰ ਸਕਦਾ ਹੈ। ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰੀਏ, ਸਤਿਗੁਰੂ ਸਭਨਾਂ ਨੂੰ ਸਮਰਥਾ ਬਖਸ਼ਿਸ਼ ਕਰਨ, ਸੇਵਾ ਭਾਵਨਾ ਦੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦੇ ਆਂ ਹੋਈਆਂ ਭੁੱਲਾਂ ਦੀ ਮਾਫੀ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ
ਯੋਗ ਹੈ। ਆਸ਼ੀਸ਼ ਦੇਣੀ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਵਾਜ਼ ਨਹੀਂ ਆਈ, ਇੱਥੋਂ ਪਤਾ ਲੱਗਦਾ ਆਪਾਂ ਕਿੰਨਾ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਨਾਮ ਕਹਿਤ ਗੋਬਿੰਦ ਕਾ, ਸੋਚੀ ਭਈ ਰਸਨਾ। ਇਹ ਸਾਡੀ ਰਸਨਾ ਜੋ ਹੈ, ਅਸੀਂ ਦਿਨ ਭਰ ਜਿੱਦਾਂ ਸਾਡੇ ਹੱਥ ਗੰਦੇ ਹੋ ਜਾਂਦੇ ਹਨ ਤੇ ਪਾਣੀ ਦੇ ਨਾਲ ਧੋਂਦੇ ਹਾਂ, ਇਸੇ ਤਰ੍ਹਾਂ ਸਾਡੀ ਰਸਨਾ ਇਹ ਵੀ ਝੂਠੀ ਹੁੰਦੀ ਹੈ। ਜਦੋਂ ਅਸੀਂ ਕਿਸੇ ਦੀ ਕਈ ਵਾਰ ਅਚਾਨਕ ਮੂੰਹ ਚੋਂ ਨਾ ਚਾਹੁੰਦੇ ਹੋਏ ਵੀ ਕਿਸੇ ਦੀ ਬੁਰਾਈ ਕਰ ਦਿੰਦੇ ਹਾਂ, ਕਿਸੇ ਨੂੰ ਮਾੜਾ ਚੰਗਾ ਕਰ ਦਿੰਦੇ ਹਾਂ, ਲੇਕਿਨ ਜਦੋਂ ਪ੍ਰਭੂ ਦਾ ਨਾਮ ਆਪਾਂ ਜਪਦੇ ਹਾਂ ਸਾਰੇ ਇਕੱਠੇ ਹੋ ਕੇ, ਉਦੋਂ ਇਹ ਸੱਚੀ ਹੋ ਜਾਂਦੀ ਹੈ। ਸੋ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ, ਸਤਿਕਾਰਯੋਗ ਭਾਈ ਸਾਹਿਬ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਪਾਵਨ ਗੁਰਬਾਣੀ ਵਿਚਾਰਾਂ ਸਰਵਣ ਕਰਾਈਆਂ ਹਨ। ਸੋ 2-3 ਮਿੰਟ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚੱਲ ਰਹੇ ਹਨ, ਸੋ ਸਤਿਗੁਰੂ ਜੀ ਨੇ ਇਹਨਾਂ ਦੀ ਝੋਲੀ ਦੇ ਵਿੱਚ ਇਹ ਸੇਵਾ ਪਾਈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਔਰ आप जितने भी माई पाई दूर चल के आए हो, जितने कदम चल के आए हो, आप जी ਨੂੰ ਜੀ ਆਇਆਂ बहुत बहुत ਧੰਨਵਾਦ ਹੈ। ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਕਰਨਗੇ। ਉਪਰੰਤ 6 ਪੌੜੀ ਆਨੰਦ ਸਾਹਿਬ ਜੀ ਦਾ ਪਾਠ ਹੋਏਗਾ। ਉਪਰੰਤ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਉਹਨਾਂ ਦੀ ਸਾਜੀ ਤੇ ਨਵਾਜੀ ਸਾਧ ਸੰਗਤ ਦਾ ਦਿਲੋਂ ਬਹੁਤ ਧੰਨਵਾਦੀ ਹੈ, ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਰਕੇ ਅਤੇ ਸਤ ਸੰਗਤ ਨੇ ਸਹਿਯੋਗ ਕਰਕੇ ਇਹ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਸੇਵਾ ਬਖਸ਼ੀ, ਅਤੇ ਉਹਨਾਂ ਨੇ ਹੀ ਮਿਹਰ ਬਰਾਮਦ ਕਰਕੇ ਇਸ ਨੂੰ ਸੇਵਾ ਨੂੰ ਨਿਭਾਉਣ ਦੀ ਮਦਦ ਕਰਕੇ ਦਾਸ ਨੂੰ ਨਵਾਜਿਆ। ਅਤੇ ਸਾਧ ਸੰਗਤ ਜੀ, ਬਾਕੀ ਆਈ ਸੰਗਤ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਮੰਨ ਕੇ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੀ ਰੌਣਕ ਨੂੰ ਵਧਾਇਆ ਅਤੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਵੀ ਸਫਲ ਕੀਤਾ। ਅਤੇ ਸਾਧ ਸੰਗਤ ਜੀ, ਸਾਡੇ ਆਉਣ ਦਾ ਇੱਥੇ ਇਹੋ ਹੀ ਫਾਇਦਾ ਹੈ ਕਿ ਅਸੀਂ ਆਪਣੇ ਕਿਸੇ ਅਵਗੁਣ ਨੂੰ ਛੱਡ ਕੇ ਜਾਈਏ ਅਤੇ ਜੋ ਸਤਿਗੁਰ ਸਾਨੂੰ ਗੁਣ ਦਿੰਦੇ ਹਨ ਉਹਨਾਂ ਵਿੱਚੋਂ ਕਿਸੇ ਗੁਣ ਨੂੰ ਗ੍ਰਹਿਣ ਕਰਕੇ ਜਾਈਏ। ਤਾਂ ਜੇ ਅਸੀਂ ਰੋਜ਼ ਇਹ ਕੰਮ ਕਰਾਂਗੇ ਤਾਂ ਹੌਲੀ ਹੌਲੀ ਸਾਡੇ ਅਵਗੁਣ ਦੂਰ ਹੋ ਜਾਣਗੇ ਅਤੇ ਸਾਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਵੇਗੀ। ਅਤੇ ਗੁਣਾਂ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਜੋ ਸਾਡਾ ਇਹ ਮਨੁੱਖਾ ਜੀਵਨ ਹੈ ਉਹ ਸਫਲ ਹੋ ਜਾਵੇਗਾ, ਕਿਉਂਕਿ ਮਨੁੱਖਾ ਜੀਵਨ ਦੇ ਵਿੱਚ ਹੀ ਇਹ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਬਾਕੀ ਜੂਨਾਂ ਵਿੱਚ ਇਹ ਆਤਮਾ ਉਸ ਪਰਮਾਤਮਾ ਨਾਲ ਨਹੀਂ ਜੁੜ ਸਕਦੀ। ਬਾਕੀ ਇੱਥੇ ਆਉਣ ਦਾ ਇਹੀ ਹੈ ਕਿ ਅਸੀਂ ਗੁਰੂ ਦਾ ਵਚਨ ਮੰਨੀਏ। ਜਿਸ ਤਰ੍ਹਾਂ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਹੁਕਮਨਾਮਾ ਦਿੱਤਾ ਹੈ, ਇਹ ਹੁਕਮਨਾਮਾ ਖਾਲੀ ਉਸ ਵਾਸਤੇ ਨਹੀਂ ਹੁੰਦਾ ਜੋ ਅਖੰਡ ਪਾਠ ਕਰਾਉਂਦਾ ਹੈ, ਨਹੀਂ, ਹੁਕਮਨਾਮਾ ਇਹ ਸਾਰਿਆਂ ਵਾਸਤੇ ਹੁੰਦਾ ਹੈ, ਕਿਉਂਕਿ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਉਪਦੇਸ਼ 4 ਵਰਨਾਂ ਨੂੰ ਸਾਂਝਾ ਹੈ ਗੁਰੂ ਸਾਹਿਬ ਜੀ ਦਾ। ਅਤੇ ਅੱਜ ਦੇ ਹੁਕਮਨਾਮੇ ਵਿੱਚ ਵੀ ਸਾਨੂੰ ਮਹਾਰਾਜ ਜੀ ਨੇ ਇਹੀ ਕਿਹਾ ਹੈ ਕਿ ਹੇ ਮਨਾ, ਤੂੰ ਉਸ ਪਰਮਾਤਮਾ ਦਾ ਸਿਮਰਨ ਕਰ, ਜਪ ਮਨ ਸਤਨਾਮ ਸਦਾ ਸਤਨਾਮ। ਇੱਕ ਦਿਨ ਨਹੀਂ, 2 ਦਿਨ ਨਹੀਂ, ਸਦਾ ਹਮੇਸ਼ਾ ਹੀ ਕਹਿੰਦੇ ਉਹਦਾ ਸਿਮਰਨ ਕਰ। ਤੋ ਸਾਡੇ ਕੀਰਤਨੀਆਂ ਜਥੇ ਨੇ ਵੀ ਸਾਨੂੰ ਇਹੀ ਸਮਝਾਇਆ ਸੀ ਕਿ ਉਸ ਕਰਤੇ ਦੀ ਸਿਫਤ ਸਲਾਹ ਕਰ, ਅਤੇ ਕਰਤੇ ਦੀ ਸਿਫਤ ਸਲਾਹ ਜਾਂ ਉਸ ਪਰਮਾਤਮਾ ਦਾ ਨਾਮ ਸਿਮਰਨ, ਇਹ ਗੁਰਬਾਣੀ ਸਾਨੂੰ ਹਰ ਸਮੇਂ ਸਮਝਾਉਂਦੀ ਹੈ। ਅਤੇ ਫਿਰ ਸਾਡਾ ਮਨ ਬੜਾ ਚੰਚਲ ਹੈ। ਇਹ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਇਹ ਸੋਚਦਾ ਰਹਿੰਦਾ ਹੈ ਕਿ ਇਹ ਕੰਮ ਕਰਕੇ ਮੈਨੂੰ ਮਿਲੂਗਾ ਕੀ,
ਤਾਂ ਮਹਾਰਾਜ ਜੀ ਅਗਲੀ ਤੁਕ ਵਿੱਚ ਸਾਨੂੰ ਦੱਸਦੇ ਹਨ ਕਿ ਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ ਤਾਂ ਫਿਰ ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਜੇ ਤੂੰ ਨਿਤ ਉਸ ਅਕਾਲ ਪੁਰਖ ਨੂੰ ਧਿਆਵੇਂਗਾ ਤੇ ਤੇਰਾ ਹਾਲਤ ਤੇ ਪਲਤ ਦੇ ਵਿੱਚ ਮੁਖ ਉਜਲ ਹੋ ਜਾਵੇਗਾ। ਭਾਵ ਕਿ ਹਾਲਤ ਲੋਕ, ਪਲਤ ਉਹ ਪਰਲੋਕ, ਇੱਥੇ ਵੀ ਤੇ ਉੱਥੇ ਵੀ ਤੇਰਾ ਮੁਖ ਉਜਲਾ ਹੋ ਜਾਵੇਗਾ। ਕਦੋਂ? ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ। ਤੇ ਮਹਾਰਾਜ ਜੀ ਦੇ ਸ਼ੁਰੂ ਦੇ ਵਿੱਚ ਕਹਿੰਦੇ ਹਨ ਕਿ ਜੋ ਪਰਮਾਤਮਾ ਹੈ, ਜੋ ਸਾਡਾ ਗੁਰੂ ਹੈ, ਇਹ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਨੂੰ ਪੂਰੀਆਂ ਕਰਦਾ ਹੈ। ਤੇ ਆਪਾਂ ਦੁਨੀਆ ਦੇ ਵਿੱਚ ਦੇਖੀਏ, ਕਿਸੇ ਤੋਂ ਸੁੱਖ ਲੈਣਾ ਹੋਵੇ, ਕੋਈ ਇੱਕ ਸੁੱਖ ਦੇ ਸਕਦਾ ਹੈ, ਦੂਜਾ ਦੇ ਸਕਦਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ ਸਾਡਾ ਗੁਰੂ ਇੰਨਾ ਸਮਰੱਥ ਹੈ, ਸਰਬ ਸੁੱਖ ਦਾਤਾ ਹਰ, ਸਾਰਿਆਂ ਸੁੱਖਾਂ ਦਾ ਦਾਤਾ ਹੈ, ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ। ਤੇ ਕੋਈ ਵੀ ਸੁੱਖ ਐਸਾ ਨਹੀਂ ਜਿਸ ਤੋਂ ਅਸੀਂ ਵਾਂਝੇ ਰਹਿ ਸਕੀਏ, ਲੇਕਿਨ ਗੱਲ ਹੈ ਉਸ ਨਾਲ ਜੁੜਨ ਦੀ। ਤੇ ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਇੱਕ ਡਾਕਟਰ ਹੈ, ਉਹ ਦਿਮਾਗ ਦਾ ਹੈ, ਉਸ ਦੇ ਵਿੱਚ ਐਕਸਪਰਟ ਹੁੰਦਾ ਹੈ। ਦੂਆ ਦਿਲ ਦਾ ਹੈ, ਉਸ ਦੇ ਵਿੱਚ ਐਕਸਪਰਟ ਹੁੰਦਾ ਹੈ। ਤੀਆ ਜੋੜਾਂ ਦਾ ਦਰਦ ਹੈ ਜਾਂ ਕੋਈ ਬੁਖਾਰ ਦਾ ਹੈ। ਕਿਸ ਤਰ੍ਹਾਂ ਜੇ ਕਿਸੇ ਡਾਕਟਰ ਕੋਲ ਅਸੀਂ ਜਾਵਾਂਗੇ ਤਾਂ ਜਿਸ ਵਿੱਚ ਉਹ ਮਾਹਰ ਹੈ ਉਹ ਉਸੇ ਦਾ ਇਲਾਜ ਕਰ ਸਕੇਗਾ। ਪਰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਇਹ ਡੰਕੇ ਦੀ ਚੋਟ ਨਾਲ ਕਿਹਾ ਹੈ ਕਿ ਜੇਕਰ ਤੁਸੀਂ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਸਾਰਿਆਂ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਸਾਡਾ ਗੁਰੂ ਹੈ। ਕਿ ਜੇ ਅਸੀਂ ਇਸ ਦੇ ਲੜ ਲੱਗ ਜਾਵਾਂਗੇ, ਕੋਈ ਦੁੱਖ ਇਹੋ ਜਿਹਾ ਨਹੀਂ ਜਿਸ ਦੇ ਨਾਲ ਸਾਡੀ ਨਿਵਰਤੀ ਨਹੀਂ ਹੋ ਜਾਵੇਗੀ। ਸੋ ਸਾਧ ਸੰਗਤ ਜੀ, ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ। ਬਾਕੀ ਇੰਨਾ ਕੁਝ ਕਹਿੰਦਿਆਂ ਭੁੱਲ ਚੁੱਕ ਹੋਵੇ ਤਾਂ ਮਾਫ ਕਰਨੀ। ਅੱਗੇ ਵਾਸਤੇ ਗੁਰੂ ਸਾਹਿਬ ਅਤੇ ਸਾਧ ਸੰਗਤ ਜੀ ਸਾਨੂੰ ਸਮੱਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵੜੇ ਆਈਆਂ। ਸ਼ਬਦ ਹੋਤਾ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇਟੋ। ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ। ਸਬਦ ਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ। ਸੇ ਨਾਮ ਹਰਿ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਦੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ
ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਦਾਵੇ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ। ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਉਟੀਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ। ਆਪ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਦਰ ਤੇ ਪ੍ਰਵਾਨ ਕਰਨੀ ਸਤਿਗੁਰੂ ਗਰੀਬ ਨਿਵਾਜ ਜੀਓ। ਆਪ ਜੀ ਦੀ ਮਿਹਰਾਮਤ ਬਖਸ਼ਿਸ਼ ਸਦਕਾ ਚੱਲ ਰਹੇ ਲੜੀਵਾਰ ਪਾਠਾਂ ਦੇ 6ਵੇਂ ਸ੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦੀ ਸੇਵਾ ਬਾਪੂ ਦਲਵੀਰ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਨਿਭਾਈ ਗਈ ਸਤਿਗੁਰੂ ਮਹਾਰਾਜ ਜੀਓ। ਉਸ ਤੋਂ ਉਪਰੰਤ ਸਤਿਗੁਰੂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਦੀਵਾਨਾ ਅੰਦਰ ਆਪ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕਥਾ ਵਿਚਾਰਾਂ ਹੋਈਆਂ। ਸਤਿਗੁਰੂ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹਨ। ਇਤਨੇ ਅਰਸੇ ਵਿੱਚ ਬਾਣੀ ਪੜ੍ਹਦਿਆਂ ਗਾਇਨ ਕਰਦਿਆਂ ਸਤਿਗੁਰੂ ਮਹਾਰਾਜ ਜੀਓ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦਾਸਰੇ ਸਿੰਘਾਂ ਪਾਸੋਂ ਹੋ ਗਈਆਂ। ਸੋ ਅਣਜਾਣ ਜੇ ਬੱਚੇ ਸਮਝ ਕੇ ਮੁਆਫ ਕਰਨਾ ਅਗਾਹਾਂ ਤੋਂ ਕਿਰਪਾ ਕਰਨੀ ਸੁਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਨੂੰ ਸੱਚਖੰਡ ਵਿਖੇ ਸੋਧ ਕੇ ਪ੍ਰਵਾਨ ਕਰਨਾ। ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਨਗਰ ਖੇੜੀ ਦੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਮਹਾਰਾਜ ਜੀਓ। ਕਿਰਪਾ ਕਰਨੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀਓ ਆਪਣੇ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ। ਸਤਿਗੁਰੂ ਮਹਾਰਾਜ ਜੀਓ ਨਵੀਂ ਪੀੜ੍ਹੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਕਿਰਪਾ ਕਰਨੀ ਦਾਤਾ ਪਿਤਾ ਜੀਓ ਸੱਚੇ ਪਾਤਸ਼ਾਹ ਮਹਾਰਾਜ ਜੀਓ। ਸਤਿਗੁਰੂ ਗਰੀਬ ਨਾਥ ਜੀਓ ਆਪ ਜੀ ਦੇ ਦਰ ਤੇ ਇਸ ਵਕਤ ਸਮੂਹ ਸੰਗਤ ਵੱਲੋਂ ਪਵਿੱਤਰ ਪੰਚਮ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਹਨ। ਦੇਗਾਂ ਸਜਾਉਂਦਿਆਂ ਬੇਅੰਤ ਭੁੱਲਾਂ ਹੋ ਗਈਆਂ। ਸੋ ਅਣਜਾਣ ਜੇ ਬੱਚੇ ਸਮਝ ਕੇ ਮੁਆਫ ਕਰਨਾ ਅਗਾਹ ਤੋਂ ਸਮਤ ਬਖਸ਼ਿਸ਼ ਕਰਨੀ। ਕਰੋ ਕਿਰਪਾ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਆਪ ਜੀ ਕੋ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਛਕੇ। ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਵਾਸ ਸਵਾਸ ਜਪੇ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਤਿਗੁਰੂ ਮਹਾਰਾਜ ਜੀਓ ਸਰਦਾਰ ਮਹਿੰਦਰ ਸਿੰਘ ਜੀ ਅਤੇ ਪਤਨੀ ਸਿਮਰਨਜੀਤ ਕੌਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਜਿਨ੍ਹਾਂ ਨੂੰ ਆਪ ਜੀ ਨੇ ਸਪੁੱਤਰ ਅਨਮੋਲ ਸਿੰਘ ਜੀ ਦੀ ਦਾਤ ਬਖਸ਼ੀ। ਸਤਿਗੁਰੂ ਬੇਅੰਤ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਜੀਓ ਸੇਵਕ ਸ਼ੁਕਰਾਨੇ ਵਜੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟਾ ਕੀਤੇ ਹਨ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਨੇ।
ਕਿਰਪਾ ਕੀਤੀ ਹੈ ਆਪ ਜੀ ਨੇ ਅੰਗੀਕਾਰ ਕਰੇ ਹਨ। ਕੋਟਾਨ ਕੋਟ ਸ਼ੁਕਰਾਨਾ ਹੈ ਆਪ ਜੀ ਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕੱਜਣੇ। ਕਿਰਪਾ ਕਰਨੀ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਕਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਸੇ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਸੁਖਵਿੰਦਰ ਸਿੰਘ ਅਤੇ ਬੀਬੀ ਸੰਦੀਪ ਕੌਰ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀਓ ਦਰੋਂ ਘਰੋਂ ਪੁੱਤਰ ਦੀ ਦਾਤ ਨਾਲ ਨਿਵਾਜਣਾ। ਕਿਰਪਾ ਕਰਨੀ ਦਾਤਾ ਰਤਾ ਜੀਓ ਬੱਚੇ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਮਹਾਰਾਜ ਜੀ ਸੇਵਕਾਂ ਨੂੰ ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਕਿਰਪਾ ਕਰਨੀ ਸਤਿਗੁਰੂ ਮਹਾਰਾਜ ਜੀਓ ਕਰੋ ਕਿਰਪਾ ਇਤਨੀਆਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਯਾਤਰਾਵਾਂ ਪ੍ਰਵਾਨ ਕਰਨੀਆਂ। ਸ਼ੁਭ ਇੱਛਾਵਾਂ ਸ਼ੁਭ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਕਦਮ ਕਦਮ ਲੇਖੇ ਲਾਉਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਦੇਸ਼ ਕੌਮ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ। ਗਰੀਬ ਨਵਾਜ ਕਿਰਪਾ ਕਰਨੀ ਦਾਤਾ ਰਤਾ ਜੀਓ ਸਤਿਗੁਰੂ ਆਪ ਜੀ ਆਪਣਾ ਅਟਲ ਇਲਾਹੀ ਦਰਗਾਹੀ ਹੁਕਮ ਬਖਸ਼ ਕੇ ਸਮੂਹ ਸੰਗਤ ਨੂੰ ਕਿਰਤਾਰਥ ਕਰੋ। ਤਿਸ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਦੇ ਬਲ ਉਦਮ ਬਖਸ਼ਿਸ਼ ਕਰਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ। ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਤਰੈ ਪਾਰ। ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮਾਂ ਦੇ ਠਾਠੇ ਤੁਝ ਬਿਨ ਸੁਰਤ ਕਰੇ ਗੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾੜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ। ਏਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਪਗ ਬਪੜਾ ਛਪੜੀ ਨਾਈ। ਕੀਚੜ ਡੂਬੈ ਮੈਲ ਨ ਜਾਏ ਰਹਾਉ।
ਰਖ ਰਖ ਚਰਨ ਤਰੇ ਵਿਚਾਰੀ। ਦੁਬਿਧਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ। ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ। ਪ੍ਰੇਮ ਭਗਤ ਕਰ ਸਹਜ ਸਮਾਏ। ਸਰਵਰ ਮਹਿ ਹੰਸ ਹੰਸ ਮੈਂ ਸਾਗਰ। ਅਕਥ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇਕ ਜੋਗੀ ਬੈਸੇ। ਨਾਰ ਨ ਪੁਰਖ ਕਹੋ ਕੋ ਕੈਸੇ। ਤਿਰਪਵਨ ਜੋਤ ਰਹੇ ਲਿਵਲਾਈ। ਸੁਰ ਨਰ ਨਾਥ ਸਚੈ ਸਰਣਾਈ। ਆਨੰਦ ਮੂਲ ਨਾਥ ਆਧਾਰੀ। ਗੁਰਮੁਖ ਭਗਤ ਸਹਜ ਵਿਚਾਰੀ। ਭਗਤ ਵਛਲ ਪੈ ਕਾਟਨ ਹਾਰੀ। ਹਉ ਮੈਂ ਮਾਰ ਮਿਲੇ ਪਗ ਧਾਰੇ। ਅਨਕ ਜਤਨ ਕਰ ਕਾਲ ਸੰਤਾਏ। ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਿਧਾ ਖੁਐ। ਆਪ ਨਾ ਚੀਨਸ ਭਰਮ ਭ੍ਰਮ ਰੂਐ। कहतो पढ़तो सुनतो एका। धीरज धर्म तरणी धर टेका। जत सत संयम हृदय समाए। चौथे पद को जे मन पति आए। साचे निर्मल मैल न लगै। गुर का शब्द परम पौ भागै। सूरत मूरत आदि अनूप। नानक जाचै साच स्वरूप। साचे निर्मल मैल न लगै। गुर का शब्द परम पौ भागै। सूरत मूरत आद अनूप। नानक जाचै साच स्वरूप। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮ ਹੋਈ ਹੈ ਜੋ ਕਿ ਪ੍ਰਬੰਧਕ ਕਮੇਟੀ ਅਤੇ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 28 ਅਗਸਤ ਤੋਂ ਲੜੀਵਾਰ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਕੀਤੀ ਗਈ ਹੈ, ਜਿਸ ਦੇ ਵਿੱਚ ਅੱਜ 6ਵੇਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਇਸ ਸੇਵਾ ਸਰਦਾਰ ਦਲਬੀਰ ਸਿੰਘ ਹੋਣਾ ਨੇ ਲਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਦੀਆਂ ਸੁਭ ਭਾਵਨਾਵਾਂ ਪੂਰਨ ਕਰਨ ਅਤੇ 7ਵੇਂ ਅਖੰਡ ਪਾਠ ਸਾਹਿਬ ਸਰਦਾਰ ਸੁਖਦੇਵ ਸਿੰਘ ਹੋਣਾ ਵੱਲੋਂ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ ਪਰਸੋਂ ਨੂੰ ਪੈਣੇ ਹਨ। ਸਮਾਂ ਇਸੇ ਹਿਸਾਬ ਨਾਲ ਹੀ ਸਵੇਰੇ ਭੋਗ ਪਾਏ ਜਾਣਗੇ। ਉਸ ਤੋਂ ਉਪਰੰਤ ਦੀਵਾਨ ਸੱਜਣਗੇ। ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਗੁਰੂ ਘਰ ਪਹੁੰਚ ਕਰਕੇ ਹਰ ਜਸ ਕੀਰਤਨ ਸਰਵਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਹੈ ਜੀ।
ਬੇਨਤੀ ਪ੍ਰਵਾਨ ਕਰਨੀ ਜੀ। ਅਤੇ ਗੁਰੂ ਕਾ ਲੰਗਰ ਤਿਆਰ ਹੈ, ਸਰਬੱਤ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕਰਕੇ ਜਾਣ ਦੀ ਖੇਚਲਾ ਕਰਨੀ। ਹੁਣ ਦੇਗ ਵਰਤਾਈ ਜਾਏਗੀ, ਉਤਨੀ ਦੇਰ ਤੱਕ ਨਾਮ ਨਾਲ ਜੁੜੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਧੰਨਵਾਦ ਹੈ। ਨਿਰਵਿਘਨ ਸੰਪੂਰਨਤਾ ਹੋਈ ਹੈ। ਆਪ ਜੀ ਦੂਰੋਂ ਨੇੜੇ ਜਿੱਥੋਂ ਵੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਗੁਰੂ ਪਿਆਰੇ, ਉਹਨਾਂ ਦੇ ਆਪ ਜੀ ਨੂੰ ਬੇਨਤੀ ਕੀਤੀ, ਆਪ ਜੀ ਪਹੁੰਚੇ ਹੋ, ਉਹਨਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜੀ ਆਇਆਂ, ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਆਪਾਂ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਗੁਰਸਿੱਖੀ ਜੀਵਨ ਅੰਮ੍ਰਿਤ ਦੀ ਦਾਤ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨ। ਸੋ ਹੁਣ ਬੜੇ ਪਿਆਰ ਦੇ ਨਾਲ ਆਪਾਂ ਦੇਗ ਦਾ ਪ੍ਰਸ਼ਾਦ ਲੈ ਕੇ, ਗੁਰੂ ਕਾ ਲੰਗਰ ਤਿਆਰ ਹੈ, ਗੁਰੂ ਕਾ ਲੰਗਰ ਛਕ ਕੇ ਫਿਰ ਆਪਾਂ ਚਾਲੇ ਪਾਉਣੇ ਹਨ ਜੀ। ਬੇਨਤੀਆਂ ਕਰਦੇ ਸਮੇਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪ ਜੀ ਸਾਧ ਸੰਗਤ ਬਖਸ਼ਣਯੋਗ ਹੋ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।